84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਹੀ ਆਪਾਂ ਮੀਡੀਆ ਦੇ ਵਿੱਚ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਅੱਖਰ ਸੁਣਦੇ ਆਂ ਵੀ ਰੈਡੀਕਲ ਬੰਦੇ ਫੜੇ ਗਏ ਜਾਂ ਗਰਮ ਖਿਆਲੀ ਬੰਦੇ ਫੜੇ ਗਏ ਜਾਂ ਕੱਟੜ ਕਹਿਣਗੇ ਵੀ ਕੱਟੜ ਬੰਦਾ ਸੀ, ਕੱਟੜ ਖਾਲਿਸਤਾਨੀ ਸੀ ਜਾਂ ਕੱਟੜ ਸਿੱਖ ਅੱਖਰ ਵਰਤਿਆ ਜਾਣ ਲੱਗ ਪਿਆ। ਤੇ ਇਹ ਸਾਰਾ ਜਿਹੜੀ ਟਰਮਨੋਲੋਜੀ, ਜਿਹੜੀ ਸ਼ਬਦਾਵਲੀ, ਜਿਹੜੀ ਸਾਰੀ ਇਹ ਵੋਕੈਬਲਰੀ ਹੈ, ਇਹ ਬੜੀ ਘਾਤਕ ਅਤੇ ਖਤਰਨਾਕ ਕਿਸਮ ਦਾ ਅਟੈਕ ਆ, ਕਿਉਂਕਿ ਇਹਦੇ ਬਹਾਨੇ ਅਸਲ ਵਿੱਚ ਸਿੱਖਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਆਪਦੇ ਧਰਮ ਵਿੱਚ ਪਰਪੱਕ ਰਹਿਣ ਦੀ ਗੱਲ ਕੀਤੀ ਤਾਂ ਤੁਹਾਨੂੰ ਕੱਟੜ ਸਿੱਖ ਕਹਿ ਕੇ ਵੀ ਤੁਹਾਡੇ ਉੱਤੇ ਕੋਈ ਜਿਹੜੀ ਕਾਰਵਾਈ ਆ ਉਹ ਹੋ ਸਕਦੀ ਹੈ। ਜਾਣੀ ਕਿ ਜੇ ਤੁਸੀਂ ਆਪਦੀ ਸਿੱਖ ਰਹਿਤ ਮਰਿਆਦਾ 'ਚ ਪਰਪੱਕਤਾ ਦਿਖਾਉਂਦੇ ਹੋ, ਅਸਲੀ ਸ਼ਬਦ ਤਾਂ ਹੈਗਾ ਕਿ ਇਹ ਬੰਦਾ ਆਪਦੇ ਧਰਮ ਵਿੱਚ ਪਰਪੱਕ ਵਾ, ਜਾਂ ਇਉਂ ਕਹੀਏ ਕਿ ਜੇ ਪੁਰਾਤਨ ਅਰਥਾਂ ਵਿੱਚ ਲਈਏ ਗੱਲ ਨੂੰ ਤਾਂ ਆਪਾਂ ਕਹਾਂਗੇ ਕਿ ਗੁਰਸਿੱਖ ਆ, ਗੁਰਮੁਖ ਵਾ, ਵੀ ਇਹ ਗੁਰੂ ਦੀ ਗੱਲ ਉੱਤੇ ਪੂਰਾ ਪਹਿਰਾ ਦਿੰਦਾ। ਤੇ ਇਸ ਚੰਗੀ ਗੱਲ ਨੂੰ, ਜਿਹੜੀ ਕਿ ਇੱਕ ਵਧੀਆ ਗੱਲ ਆ ਕਿ ਕੋਈ ਬੰਦਾ ਆਪਦੇ ਧਰਮ ਵਿੱਚ ਪਰਪੱਕ ਵਾ, ਇਹਨੂੰ ਬੜੀ ਸਾਜ਼ਿਸ਼ ਭਰੀ ਬਿਰਤੀ ਨਾਲ ਮੀਡੀਆ ਦੇ ਰਾਹੀਂ ਕੱਟੜ ਸਿੱਖ ਅੱਖਰ ਦੇ ਦਿੱਤਾ ਗਿਆ। ਪਹਿਲਾਂ ਤਾਂ ਗੁਰਸਿੱਖ ਸੀ, ਗੁਰਸਿੱਖ ਕਿਉਂਕਿ ਚੰਗਾ ਹਾਂ ਪੱਖੀ ਅਰਥ ਦਿੰਦਾ ਸੀ, ਇਸ ਕਰਕੇ ਪਹਿਲਾਂ ਤਾਂ ਇਹਨੂੰ ਸਿੱਖ ਬਣਾਇਆ ਗਿਆ। ਤੇ ਸਿੱਖ ਤੋਂ ਅੱਗੇ ਜਿਹੜਾ ਸੀਗਾ ਇਹਨੂੰ ਬਣਾ ਦਿੱਤਾ ਗਿਆ ਹੁਣ ਕੱਟੜ ਸਿੱਖ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਸਿੰਘ ਸ਼ਬਦ ਸੀਗਾ ਜਾਂ ਨਿਹੰਗ ਸ਼ਬਦ ਸੀਗਾ, ਉਹਦੇ ਇੱਕ ਬੜੇ ਹਾਂ ਪੱਖੀ ਅਰਥ ਰਹੇ ਆ। ਜਦੋਂ ਆਪਾਂ ਪੁਰਾਤਨ ਬੋਲੇ ਸੁਣਦੇ ਹਾਂ, ਉਹਦੇ ਵਿੱਚ ਪੰਜਾਬ ਦੀਆਂ ਬੀਬੀਆਂ ਵੱਲੋਂ ਇਹ ਬੋਲ ਬੋਲਿਆ ਜਾਂਦਾ ਰਿਹਾ ਕਿ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਸ਼ੰਗ, ਵੀ ਨਿਹੰਗ ਜਿਹੜੇ ਨੇ, ਨਿਹੰਗ ਸਿੰਘ, ਵੀ ਇਹ ਆ ਗਏ ਨੇ ਕਿਉਂਕਿ ਇਹ ਗੁਰਸਿੱਖ ਨੇ, ਗੁਰੂ ਦੀ ਗੱਲ ਕਰਨ ਵਾਲੇ ਨੇ, ਇਹ ਇੱਜ਼ਤ ਦੇ ਸਾਂਝੀ ਨੇ, ਇਹ ਜ਼ੁਲਮ ਨਹੀਂ ਕਰਦੇ, ਜ਼ਾਲਮ ਦੇ ਦੁਸ਼ਮਣ ਨੇ, ਤੇ ਨੇਕੀ ਦੇ, ਸਚਾਈ ਦੇ ਤੇ ਹੱਕ ਸੱਚ ਦੇ ਅਲੰਬੜਦਾਰ ਨੇ, ਤੇ ਹਰ ਚੰਗੀ ਗੱਲ ਕਰਨ ਕਰਾਉਣ ਵਾਲੇ ਨੇ। ਤੇ ਇਸ ਕਰਕੇ ਜਦੋਂ ਹੁਣ ਇਹ ਆ ਗਏ ਨੇ ਪਿੰਡ ਵਿੱਚ ਜਾਂ ਸਾਡੇ ਇਲਾਕੇ ਵਿੱਚ, ਹੁਣ ਬੇਸ਼ੱਕ ਨਿਸ਼ੰਗ ਹੋ ਕੇ ਬੂਹੇ ਖੋਲ ਦੋ, ਹੁਣ ਕੋਈ ਕਿਸੇ ਕਿਸਮ ਦਾ ਡਰ ਭੌ ਰੱਖਣ ਦੀ ਲੋੜ ਨਹੀਂ, ਕਿਉਂਕਿ ਹੁਣ ਗੁਰਸਿੱਖ ਆ ਗਏ ਨੇ। ਗੁਰਸਿੱਖ ਬੰਦਿਆਂ ਦੀ ਜਿਹੜੀ ਹਾਜ਼ਰੀ ਆ ਇਸ ਇਲਾਕੇ ਦੇ ਵਿੱਚ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਕਿਸੇ ਦੇ ਉੱਤੇ ਕੋਈ ਵਧੀਕੀ ਜਾਂ ਜ਼ੁਲਮ ਨਹੀਂ ਹੋਏਗਾ। ਇਹਨਾਂ ਨੇ ਖੁਦ ਤਾਂ ਕੀ ਕਰਨਾ ਹੈ ਜ਼ੁਲਮ, ਇਹ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇ ਸਕਦੇ, ਕਿਉਂਕਿ ਉਹਨਾਂ ਵੇੜਿਆਂ ਦੇ ਵਿੱਚ ਘੋੜੇ ਦੇ ਉੱਤੇ ਚੜ੍ਹ ਕੇ ਤਲਵਾਰ ਤੇ ਨੇਜੇ ਤੇ ਅਸਲੇ ਨਾਲ ਲੈਸ ਕਿਸੇ ਬੰਦੇ ਦਾ ਅਕਸਾ ਜਿਹੜਾ ਉਹ ਧਾੜਵੀ ਵਾਲਾ ਹੀ ਬਾਹਲਾ ਜ਼ਿਆਦਾ ਹੁੰਦਾ ਸੀ, ਵੀ ਇਹ ਕਿਸੇ ਵੀ ਲੋਕ, ਕਿਸੇ ਗਊ ਗਰੀਬ ਨੂੰ, ਕਿਸੇ ਮਾੜੇ ਬੰਦੇ ਨੂੰ ਸੱਟ ਫੇਟ ਮਾਰ ਸਕਦੇ ਆ, ਉਹਦੀ ਦੌਲਤ ਲੁੱਟ ਸਕਦੇ ਆ, ਉਹਦਾ ਜਿਹੜਾ ਖਾਣ ਪੀਣ ਵਾਲਾ ਸਮਾਨਾ ਆ ਉਹ ਖੋਹ ਸਕਦੇ ਆ, ਤੇ ਹੋਰ ਇਹ ਤੋਂ ਵੱਧ ਵੀ ਮਤਲਬ ਜਿਹੜੀ ਕਿਸੇ ਦੀ ਪੱਤ ਵੀ ਲੁੱਟ ਸਕਦੇ ਆ। ਉਦੋਂ ਘੋੜ ਸਵਾਰ ਜਿਹੜੇ ਲੋਕ ਸੀ ਉਹ ਧਾੜੇ ਮਾਰਨ ਵਾਲੇ ਜਾਂ ਡਕੈਤ ਜਾਂ ਲਟੇਰਿਆਂ ਦੇ ਰੂਪ ਦੇ ਵਿੱਚ ਜ਼ਿਆਦਾ ਜਾਣੇ ਜਾਂਦੇ ਸੀ। ਤੇ ਜਦੋਂ ਗੁਰੂ ਦੇ ਲਾਲ ਘੋੜ ਸਵਾਰ ਹੋ ਕੇ ਸ਼ਾਸਤਰਾਂ ਨਾਲ ਲੈਸ ਹੋ ਕੇ ਕਿਸੇ ਇਲਾਕੇ 'ਚ ਜਾਂਦੇ ਸੀ, ਉਸ ਮੌਕੇ ਉਸ ਇਲਾਕੇ ਦੀਆਂ ਬੀਬੀਆਂ ਤੇ ਸਾਊ ਲੋਕ, ਜਿਹੜੇ ਸਿਵਲਾਈਜ਼ਡ ਲੋਕ, ਜਿਹੜੇ ਆਮ ਜਨ ਸਧਾਰਨ ਆਮ ਆਵਾਮ ਹੁੰਦਾ ਸੀ, ਉਹਦੇ ਮਨ ਵਿੱਚ ਫਿਰ ਇਹ ਖਿਆਲ ਸਹਿਜੇ ਹੀ ਆਉਂਦਾ ਸੀ ਕਿ ਹੁਣ ਚੰਗੇ ਲੋਕ ਸਾਡੇ ਇਲਾਕੇ ਵਿੱਚ ਆ ਗਏ ਨੇ ਜਾਂ ਸਾਡੇ ਪਿੰਡ ਵਿੱਚ ਆ ਗਏ ਨੇ, ਸੋ ਹੁਣ ਨਿਸ਼ੰਗ ਹੋ ਕੇ ਬੂਹੇ ਖੋਲ ਦਈਏ। ਇਸੇ ਬਿਰਤੀ ਵਿੱਚੋਂ ਬੀਬੀਆਂ ਨੇ ਉਸ ਮੌਕੇ ਇਹ ਗੱਲ ਫਿਰ ਕਹੀ ਕਿ ਆ ਗਏ ਨੇ ਨਿਹੰਗ ਬੂਹੇ ਖੋਲ ਦੋ ਨਿਸ਼ੰਗ। ਸੋ ਉਸ ਮੌਕੇ ਨਿਹੰਗ ਦੇ ਨਾਲ ਇੱਕ ਸ਼ਬਦ ਜਿਹੜਾ ਆਮ ਬੋਲਚਾਲ ਵਿੱਚ ਅੱਜ ਤੱਕ ਵੀ ਨਿਹੰਗ ਸਿੰਘ, ਤੋਂ ਸਿੰਘ ਸ਼ਬਦ ਜਿਹੜਾ ਗੁਰੂ ਪਾਤਸ਼ਾਹ ਵੇਲੇ ਤੋਂ, ਇਸ ਤੋਂ ਪਹਿਲਾਂ ਵੀ ਰਾਜਪੂਤਾਂ ਨੇ ਜਾਂ ਹੋਰ ਕਈ
ਬਰਾਦਰੀਆਂ ਨੇ ਸਿੰਘ ਸ਼ਬਦ ਵਰਤਿਆ ਹੈ, ਪਰ ਜੋ ਸਿੰਘ ਸ਼ਬਦ ਦੇ ਅਰਥ ਕਲਗੀਧਰ ਸ਼ਹਿਨਸ਼ਾਹ ਨੇ ਬਖਸ਼ੇ ਹੈ, ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਪਹੁਲ ਛਕਾ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਉਸ ਦਿਨ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਉਸੇ ਚੀਜ਼ ਨੂੰ ਸਿਖਰ ਤੇ ਲਿਜਾਂਦਿਆਂ ਹੋਇਆਂ ਜੋ ਖਾਲਸੇ ਦੀ ਸਿਰਜਣਾ ਹੋਈ, ਉਸ ਵੇਲੇ ਹੁਕਮ ਹੋਇਆ ਸੀ ਕਿ ਅੱਜ ਤੋਂ ਬਾਅਦ ਬੀਬੀਆਂ ਨੇ ਕੌਰ ਜਿਹੜਾ ਸ਼ਬਦ ਹੈ ਉਹ ਵਰਤਣਾ, ਨਾਂ ਦੇ ਪਿੱਛੇ ਲਾਉਣਾ ਹੈ, ਤੇ ਨਾਲ ਜਿਹੜੇ ਭਰਾ ਨੇ, ਭਾਈ ਨੇ, ਜਿਹੜੇ ਮੇਲ ਨੇ, ਮਰਦ ਨੇ, ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਉਹ ਸਿੰਘ ਸ਼ਬਦ ਆਪਦੇ ਨਾਂ ਦੇ ਪਿੱਛੇ ਲਾਇਆ ਕਰਨਗੇ। ਤੋ ਅੱਜ ਬੇਸ਼ੱਕ ਹੋਰ ਵੀ ਕਈ ਜਿਹੜੇ ਰਾਜਪੂਤ ਜਾਂ ਹੋਰ ਬਰਾਦਰੀਆਂ ਨੇ ਉਹ ਵੀ ਸਿੰਘ ਸ਼ਬਦ ਵਰਤਦੇ ਹੋਣਗੇ, ਪਰ ਜੋ ਅਸਲ ਵਿੱਚ ਪਛਾਣ ਬਣੀ ਹੋਈ ਆ ਸਾਰੇ ਸੰਸਾਰ ਦੇ ਵਿੱਚ, ਉਹ ਸਿੰਘ ਸ਼ਬਦ ਦੀ ਸਿੱਖ ਧਰਮ ਨਾਲ ਬਣੀ ਹੋਈ ਆ। ਤੇ ਜਿਹੜੇ ਪੱਛਮੀ ਜਿਹੜਾ ਅਸਰ ਵਾ ਜਾਂ ਨਾਸਤਿਕਤਾ ਦਾ ਅਸਰ ਆ ਜਾਂ ਕਈ ਹੋਰ ਕਾਰਨ ਨੇ, ਜਦੋਂ ਕੋਈ ਸਿੰਘ ਤੇ ਕੌਰ ਸ਼ਬਦ ਹਟਾਉਂਦਾ ਹੈ ਤਾਂ ਬਾਕੀ ਭਾਈਚਾਰੇ ਲਈ ਉਹ ਇੱਕ ਅਜੀਬ ਜੀ ਗੱਲ ਹੁੰਦੀ ਆ। ਤੇ ਇਹ ਕਿੱਦਾਂ ਹੋ ਸਕਦਾ ਕਿ ਕੋਈ ਸਿੰਘ ਸ਼ਬਦ ਸਿੱਖਾਂ ਦਾ ਧੀ ਪੁੱਤ ਕੌਰ ਜਾਂ ਸਿੰਘ ਸ਼ਬਦ ਆਪਦੇ ਨਾਂ ਨਾਲੋਂ ਹਟਾ ਲਵੇ। ਤੋ ਇਸ ਮਾਹੌਲ ਦੇ ਵਿੱਚ ਜਦੋਂ ਸਿੰਘ ਸ਼ਬਦ ਜਿਹੜਾ ਹੈ ਉਹ ਇੱਕ ਬਹੁਤ ਹੀ ਵੱਡੇ ਵਿਸ਼ਾਲ ਅਰਥਾਂ ਵਾਲਾ, ਇੱਕ ਹਾਂ ਪੱਖੀ ਤੇ ਚੰਗੀ ਗੱਲ ਵਾਲਾ ਧਰਮ ਨਾਲ ਜੁੜਿਆ ਹੋਇਆ ਸ਼ਬਦ ਆ, ਤੇ ਸਿੰਘ ਜਿਹੜਾ ਸ਼ੇਰ ਵਾਂਗੂ, ਕਿਉਂਕਿ ਅਸੀਂ ਜਦੋਂ ਪੜ੍ਹਦੇ ਹਾਂ ਕਿ ਸਿੰਘ ਬੁਕੇ ਮਿਰਗਾਵਲੀ, ਤੋਂ ਜਦੋਂ ਸਾਡੀਆਂ ਪੁਰਾਤਨ ਲਿਖਤਾਂ ਦੇ ਵਿੱਚੋਂ ਸਾਨੂੰ ਸ਼ੇਰ ਵਰਗੀ ਇੱਕ ਭਵਕ ਮਾਰਨ ਵਾਲੇ ਜਿਹੜਾ ਸਰਦਾਰ ਦਾ ਅਕਸ ਇਹਦੇ ਵਿੱਚੋਂ ਝਲਕਦਾ, ਤਾਂ ਅਸੀਂ ਨਿਹੰਗ ਸਿੰਘ ਸ਼ਬਦ ਦੇ ਇੱਕ ਸੁਚੱਜੇ, ਸਾਊ ਤੇ ਸੋਹਣੇ ਅਰਥ ਜਿਹੜੇ ਨੇ ਮਨ ਵਿੱਚ ਵਸਾਉਂਦੇ ਆ। ਤੇ ਇਸ ਨਿਹੰਗ ਸਿੰਘ ਸ਼ਬਦ ਨੇ ਇੰਨੀ ਇੱਜ਼ਤ ਖੱਟੀ ਕਿ ਜਦੋਂ ਪੁਰਾਣੇ ਅਸੀਂ ਪੜ੍ਹਦੇ ਹਾਂ ਕਿਤਾਬਾਂ ਜਾਂ ਕੁਛ ਗੱਲਾਂ ਸੁਣਦੇ ਹਾਂ, ਤਾਂ ਇਹ ਆਖਿਆ ਜਾਂਦਾ ਰਿਹਾ ਕਿ ਬੱਸ ਗੱਡੀ ਦੇ ਵਿੱਚ ਚੜ੍ਹ ਕੇ ਲੋਕ ਦੇਖ ਲੈਂਦੇ ਸੀ ਕਿ ਕੋਈ ਸਿੱਖ ਬੈਠਾ, ਕੋਈ ਸਿੰਘ ਬੈਠਾ, ਕੋਈ ਨਿਹੰਗ ਸਿੰਘ ਬੈਠਾ ਗੱਡੀ 'ਚ, ਤੇ ਬਸ ਇੰਨੀ ਗੱਲ ਗਰੰਟੀ ਹੁੰਦੀ ਸੀਗੀ ਕਿ ਇਸ ਗੱਡੀ ਦੇ ਵਿੱਚ ਕਿਸੇ ਨਾਲ ਬਦਕਲਾਮੀ ਨਹੀਂ ਹੋ ਸਕਦੀ, ਇਸ ਗੱਡੀ ਦੇ ਵਿੱਚ ਕਿਸੇ ਦੀ ਇੱਜ਼ਤ ਨੂੰ ਕੋਈ ਖਤਰਾ ਨਹੀਂ, ਕਿਸੇ ਦੀ ਜਾਨ ਮਾਲ ਨੂੰ ਕੋਈ ਖਤਰਾ ਨਹੀਂ, ਕਿਉਂਕਿ ਇੱਕ ਸਿੱਖ ਬੈਠਾ। ਤੋ ਇੱਕ ਸਿੰਘ ਦਾ, ਇੱਕ ਨਿਹੰਗ ਸਿੰਘ ਦਾ ਜਾਂ ਇੱਕ ਗੁਰਸਿੱਖ ਦਾ ਬੈਠਾ ਹੋਣਾ ਜਿਹੜਾ ਸੀਗਾ ਉਹ ਸਾਰੀਆਂ ਗਲਤ ਚੀਜ਼ਾਂ ਵਾਲਿਆਂ ਨੂੰ ਸੁਨੇਹਾ ਹੁੰਦਾ ਸੀਗਾ ਕਿ ਇੱਥੇ ਜ਼ਬਰ ਜ਼ੁਲਮ ਜਾਂ ਇੱਥੇ ਧੱਕਾ ਧਿੰਗਾ ਜੋਰੀ ਕੁਛ ਗਲਤ ਨਹੀਂ ਚੱਲਣਾ। ਤੋ ਇਵੇਂ ਹੀ ਜਦੋਂ ਕੋਈ ਆਪਦੀ ਬੱਚੀ ਨੂੰ ਜਾਂ ਧੀ ਨੂੰ ਜਾਂ ਭੈਣ ਨੂੰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਔਰਤ ਦੇ ਉਧਾਲੇ ਆਮ ਗੱਲ ਸੀ, ਤੇ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਨੇ ਦੇਖ ਲੈਣਾ ਕਿ ਕੋਈ ਸਿੱਖ ਹੈ ਤਾਂ ਬਸ ਇਸ ਗੱਲ ਦੀ ਉਹ ਗਰੰਟੀ ਹੁੰਦੇ ਸੀ। ਤੇ ਸਾਡੇ ਸਾਹਮਣੇ ਇਤਿਹਾਸ ਦੀਆਂ ਕੁਝ ਇਹੋ ਜਿਹੀਆਂ ਵੀ ਸਾਖੀਆਂ ਬਿਰਤਾਂਤ ਰੂਪ ਦੇ ਵਿੱਚ ਦਰਜ ਨੇ ਕਿ ਜਦੋਂ ਕਸੂਰ ਦੇ ਵਿੱਚ ਜਿਹੜਾ ਪਠਾਨ ਰਹਿੰਦੇ ਸੀਗੇ ਉਹ ਇਕੱਠੇ ਹੋ ਕੇ ਧਾੜੇ ਮਾਰਦੇ ਸੀਗੇ, ਤੇ ਇੱਕ ਕਿਸੇ ਬ੍ਰਾਹਮਣ ਦੀ ਔਰਤ ਜਿਹੜੀ ਸੀ ਬ੍ਰਾਹਮਣੀ, ਉਹਨੂੰ ਉਹ ਉਠਾ ਕੇ ਉਧਾਲ ਕੇ ਲੈ ਗਏ, ਤੇ ਉਹ ਜਿਹੜੇ ਬ੍ਰਾਹਮਣ ਜੀ ਸੀਗੇ ਉਹ ਕਿਸੇ ਮੰਦਿਰ 'ਚ ਜਾ ਕੇ ਜਾਂ ਕਿਸੇ ਹੋਰ ਥਾਂ ਤੇ ਅਰਜ਼ ਕਰਨ ਜੋਗੇ ਨਹੀਂ ਸੀ, ਉਹਨਾਂ ਨੂੰ ਪਤਾ ਸੀਗਾ ਉਸ ਹਿਸਾਬ ਦੇ ਨਾਲ ਕਿ ਕਿੱਥੇ ਜਾਣਾ ਹੈ, ਤੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘਾਂ ਕੋਲ ਜਾ ਕੇ ਅਰਜ਼ ਗੁਜ਼ਾਰਦਾ। ਤੇ ਗੁਰੂ ਦੇ ਖਾਲਸੇ ਜਿਹੜੇ ਨੇ ਉਹਨਾਂ ਨੂੰ ਇਹ ਵੀ ਪਤਾ ਕਿ ਸਾਡੇ ਕੋਲੇ ਇਸ ਵੇਲੇ ਇੰਨੀ ਸ਼ਕਤੀ ਨਹੀਂ ਹੈ, ਇੰਨੀ ਵੱਡੀ ਜਿੰਨੀ ਵੱਡੀ ਤਿਆਰੀ ਚਾਹੀਦੀ ਆ ਕਸੂਰ ਦੇ ਨਾਲ, ਕਸੂਰ ਦੇ ਉੱਤੇ ਹਮਲਾ ਕਰਨ ਦੇ ਲਈ ਓਡੀ ਨਹੀਂ ਹੈ, ਪਰ ਉਹ ਇਸ ਗੱਲ ਨੂੰ ਨਹੀਂ ਸੋਚਦੇ ਤੇ ਉਲਟਾ ਉਹ ਗੁਰੂ ਦੇ ਓਟ ਆਸਰੇ, ਜੇ ਅੱਜ ਦੇ ਹਿਸਾਬ ਵਾਲੇ ਹੁੰਦੇ ਤਰਕਾਂ ਤੁਰਕਾਂ ਵਾਲੇ ਤਾਂ ਸ਼ਾਇਦ ਉਹ ਕੋਈ ਗੱਲਾਂ ਹੋਰ ਕਰਦੇ, ਪਰ ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਉੱਤੇ ਭਰੋਸਾ ਸੀ ਤੇ ਉਹ ਆਪਣੇ ਆਪ ਵਿੱਚ ਖਾਲਸਾ ਪੰਥ ਨੂੰ ਸਮਰਪਿਤ ਖਾਲਸੇ ਸੀਗੇ, ਤੇ ਉਹਨਾਂ ਨੂੰ ਇਹ ਪਤਾ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਜਿਹੜੀ ਫਤਿਹ ਆ ਉਹ ਵੀ ਵਾਹਿਗੁਰੂ ਜੀ ਦੀ ਹੋਣੀ ਹੈ। ਤੋ ਇਸ ਕਰਕੇ ਉਹਨਾਂ ਨੇ ਬਾਹਲੀ ਜਿਹੜੀ ਸੀਗੀ ਗੱਲਬਾਤ ਚ ਪੈਣ ਦੀ ਬਜਾਏ ਹਮਲਾ ਜਾ ਕੀਤਾ, ਤੇ ਜਿਸ ਤਰੀਕੇ ਦੇ ਨਾਲ ਉੱਥੇ ਤਬਾਹੀ ਮਚਾਈ ਤੇ ਉਸ ਗਰੀਬ ਬ੍ਰਾਹਮਣ ਦੀ ਜਿਹੜੀ ਬ੍ਰਾਹਮਣੀ ਸੀ ਉਹਨੂੰ ਛਡਾਇਆ। ਔਰ ਕੱਲਾ ਉਦੋਂ ਹੀ ਨਹੀਂ, ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਉਦੋਂ ਵੀ ਸਿੱਖਾਂ ਨੇ ਆਪਦਾ ਫਰਜ਼ ਜਿਹੜਾ ਸੀਗਾ ਉਹ ਪਛਾਣਿਆ।
ਸੋ ਜਿਹੜਾ ਇਹ ਸਿੱਖ ਦਾ ਇੱਕ ਕਿਰਦਾਰ ਆ, ਇਸ ਕਿਰਦਾਰ ਨੇ ਪੰਜਾਬ ਦੀ ਧਰਤੀ ਉੱਤੇ ਇਸ ਖਿੱਤੇ ਦੇ ਵਿੱਚ ਬਹੁਤ ਵੱਡੇ ਇਤਿਹਾਸਕ ਜਿਹੜੇ ਨੇ ਕਾਰਨਾਮੇ ਉਹ ਵੀ ਅੰਜਾਮ ਦਿੱਤੇ ਨੇ। ਤੇ ਆਮ ਹੀ ਹੁਣ ਤੱਕ ਵੀ ਪੰਜਾਬ ਦੇ ਵਿੱਚ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਆ ਉਹ ਲੋਕਾਂ ਦੇ ਮਨਾਂ ਵਿੱਚ ਚੱਲਿਆ ਆ ਰਿਹਾ। ਤੇ ਅੱਜ ਦੀ ਤਰੀਕ ਵਿੱਚ ਵੀ ਜਿਹੜਾ ਇਖਲਾਕ ਆ ਜਾਂ ਸੱਭਿਅਕ ਹੋਣਾ ਜਾਂ ਨੈਤਿਕਤਾ ਦਾ ਬੋਲਬਾਲਾ, ਉਹ ਸਿੱਖੀ ਦੀ ਮਹਿਕ ਜਿਹੜੀ ਆ ਉਹ ਸਾਡੇ ਮਨਾਂ ਦੇ ਵਿੱਚ, ਸਾਡੇ ਆਲੇ ਦੁਆਲੇ ਵਿੱਚ ਸਾਨੂੰ ਖਿੰਡਾਉਂਦੀ, ਸਾਡੇ ਅੰਦਰ ਜਿਹੜੀ ਆ ਉਹ ਬਿਰਾਜਮਾਨ ਹੁੰਦੀ। ਤੋ ਜਿਹੜਾ ਸਾਰਾ ਇਹ ਚੰਗਾ ਚੰਗਾ ਗੁੱਡ ਆ, ਜਿਹੜਾ ਇਹ ਸਾਰਾ ਕੁਝ ਵਧੀਆ ਇਹਨੂੰ ਡਿਲੀਟ ਕਰਕੇ ਇਹਦੀ ਥਾਂ ਤੇ ਅਸੱਭਿਅਕ ਫੂਹੜਤਾ ਤੇ ਗਲਤ ਚੀਜ਼ ਨੂੰ ਭਰ ਦੇਣ ਵਾਲੀ ਜਿਹੜੀ ਸਾਜ਼ਿਸ਼ ਆ, ਉਹਦੇ ਤਹਿਤ ਨਿਹੰਗ ਸ਼ਬਦ ਦੇ ਅਰਥ ਜਿਹੜੇ ਨੇ ਉਹਨੂੰ ਮਜ਼ਾਕੀਆ ਜਿਹਾ ਤੇ ਉਹਨੂੰ ਮਤਲਬ ਐਵੇਂ ਗਿਆ ਗੁਜ਼ਰਿਆ ਜਿਹਾ ਬਣਾਉਣਾ, ਜਾਂ ਸਿੰਘ ਸ਼ਬਦ ਜਿਹੜਾ 18ਵੀਂ ਸਦੀ ਤੋਂ ਬਾਅਦ ਵਿੱਚ ਜਾਂ ਨਿਹੰਗ ਸਿੰਘਾਂ ਵਾਲੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵਿੱਚ ਖਾਸ ਤੌਰ ਦੇ ਉੱਤੇ ਇਹਨੂੰ ਇੱਕ ਨਿੱਘਰੇ ਹੋਏ ਸ਼ਬਦ ਵਜੋਂ, ਇੱਕ ਮਾੜੇ ਸ਼ਬਦ ਵਜੋਂ ਇਹਨੂੰ ਪ੍ਰਚਾਰਨ ਦੇ ਜਾਂ ਸਥਾਪਿਤ ਕਰਨ ਦੇ ਯਤਨ ਜਿਹੜੇ ਸੀ, ਉਹਨਾਂ ਨੂੰ ਇੱਕ ਬੜੀ ਠੱਲ ਪਈ ਜਦੋਂ ਆ ਖਾੜਕੂ ਲਹਿਰ 1978 ਤੋਂ ਬਾਅਦ ਵਿੱਚ ਬੁਲੰਦ ਹੋਈ। ਕਿਉਂਕਿ ਉਦੋਂ ਸਿੰਘ ਸ਼ਬਦ ਦੇ ਅਰਥ ਜਿਹੜੇ ਆ ਆਪਣੇ ਆਪ 'ਚ ਵੀ ਰਾਤ ਸਿੰਘ ਆਏ ਸੀ। ਜਦੋਂ ਇਹ ਗੱਲ ਆਖੀ ਜਾਂਦੀ ਸੀ ਵੀ ਸਿੰਘ ਆਏ ਸੀ ਜਾਂ ਸਿੰਘਾਂ ਨੇ ਐਂ ਕੀਤਾ ਜਾਂ ਸਿੰਘਾਂ ਨੇ ਉਹ ਕੀਤਾ, ਤਾਂ ਉਹ ਆਪਣੇ ਆਪ 'ਚ ਹੀ ਹੁੰਦਾ ਸੀਗਾ ਕਿ ਜਿਹੜੇ ਸਿੱਖੀ ਨੂੰ ਸਮਰਪਿਤ ਗੁਰਸਿੱਖ ਪਿਆਰੇ ਆ ਵੀ ਉਹਨਾਂ ਦੀ ਗੱਲ ਹੋ ਰਹੀ ਆ। ਸੋ ਇਹ ਇੱਕ ਜਿੱਦ ਚੱਲੀ ਆ ਰਹੀ ਆ ਕਿ ਜਿਹੜੇ ਸਿੱਖੀ ਦੇ ਨਾਲ ਸੰਬੰਧਿਤ ਜਾਂ ਚਿੰਨ੍ਹ ਨੇ ਜਾਂ ਬਿੰਬ ਨੇ ਜਾਂ ਸਿੱਖੀ ਦੀਆਂ ਚੀਜ਼ਾਂ ਨੇ, ਇਹਨਾਂ ਨੂੰ ਕਿਸੇ ਨੈਗੇਟਿਵ ਰੂਪ ਵਿੱਚ ਪੇਸ਼ ਕਰਨਾ, ਜਦੋਂ ਕਿ ਸਾਡੀ ਜਿਹੜੀ ਜਿੱਦ ਵਾ ਉਹ ਖਾਲਸੇ ਦੀ ਉਹ ਇਹ ਹੈਗੀ ਆ ਕਿ ਇਹਨਾਂ ਦੇ ਅਸਲ ਸੱਚੇ ਤੇ ਸੁੱਚੇ ਅਰਥ ਆ ਜਿਹੜੇ ਉਹ ਬਰਕਰਾਰ ਰੱਖਣੇ ਆ। ਤੋ ਇਸੇ ਚੱਕਰ ਦੇ ਵਿੱਚ ਜਿਹੜਾ ਦੁਸ਼ਮਣ ਹੈ ਇਸ ਮੌਕੇ ਬੜੀ ਬਰੀਕੀ ਦੇ ਨਾਲ ਔਰ ਖੂਬਸੂਰਤੀ ਦੇ ਨਾਲ, ਉਹਦੀ ਖੂਬਸੂਰਤੀ ਆ ਕਿ ਉਹ ਪਤਾ ਨਹੀਂ ਲੱਗਣ ਦਿੰਦਾ, ਇੰਨਾ ਸੂਖਮ ਅਟੈਕ ਜਿਹੜਾ, ਇੰਨਾ ਮਾਸੂਮੀਅਤ ਭਰੇ ਹਮਲੇ ਹੋ ਰਹੇ ਨੇ ਕਿ ਕਿਵੇਂ ਤੁਸੀਂ ਮਹਿਸੂਸ ਹੀ ਨਹੀਂ ਕਰ ਸਕੋਗੇ ਕਿ ਉਹਨਾਂ ਨੇ ਧਾਰਮੀ ਕਰਮੀ ਹੋਣ ਨੂੰ ਗਲਤ ਬਣਾ ਦਿੱਤਾ ਕਿ ਇਹ ਤਾਂ ਕੱਟੜ ਆ। ਕੱਟੜ ਮਤਲਬ ਕਿ ਇੱਕ ਅੱਖਰ ਲੈ ਜਾਂਦਾ ਕਿ ਕੱਟੜਤਾ ਬੜੀ ਮਾੜੀ ਚੀਜ਼ ਆ, ਤੇ ਜਿਹੜਾ ਧਰਮ ਵਿੱਚ ਪ੍ਰਪੱਕ ਹੋਣਾ ਵਾ ਉਹਦੇ ਗਲਤ ਅਰਥ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਗਏ ਨੇ। ਔਰ ਦਿਨੋਂ ਦਿਨ ਸਾਡੇ ਸਮਾਜ ਵਿੱਚ ਜਿਹੜਾ ਅੱਜ ਦੀ ਤਰੀਕ ਵਿੱਚ ਅਸੀਂ ਦੇਖ ਰਹੇ ਹਾਂ ਇਹਦਾ ਅਸਰ ਹੋ ਰਿਹਾ, ਕਿਉਂਕਿ ਜਿਹੜੀ ਸਾਰਾ ਆਲੇ ਦੁਆਲੇ ਦਾ ਮਾਹੌਲ, ਟੈਲੀਵਿਜ਼ਨ, ਫਿਲਮਾਂ, ਕਿਤਾਬਾਂ ਤੇ ਐਜੂਕੇਸ਼ਨ, ਕਿਉਂਕਿ ਜਿੱਥੋਂ ਪੜ੍ਹਦੇ ਸੁਣਦੇ ਆ, ਜਿੱਥੋਂ ਤਿਆਰ ਹੁੰਦੇ ਆ ਸਾਡੇ ਮਾਈਂਡ ਦਿਮਾਗ, ਉੱਥੇ ਇਹ ਕੁਝ ਦਿਮਾਗ 'ਚ ਭਰਿਆ ਜਾਂਦਾ ਕਿ ਜਿਹੜੇ ਉਹ ਸਿਆਣੇ ਬਿਆਣੇ ਬੰਦੇ ਹੁੰਦੇ ਆ ਉਹ ਜਦੋਂ ਕਹਿਣਗੇ ਕੀ ਤੂੰ ਦਾੜੀ ਜੀ ਵਧਾਈ ਫਿਰਦਾ ਹੈਗਾ, ਕਿਉਂ ਤੂੰ ਇੰਨਾ ਉੱਪਰ ਦੀ ਗਾਤਰਾ ਪਾ ਕੇ ਰੱਖਦਾ, ਤੂੰ ਅੰਮ੍ਰਿਤ 'ਚ ਪਹਿਲੀ ਗੱਲ ਤਾਂ ਅੰਮ੍ਰਿਤ ਛਕਣਾ ਹੀ ਨਹੀਂ ਸੀ, ਤੇ ਜੇ ਛਕ ਹੀ ਲਿਆ ਹੈਗਾ ਤੂੰ ਕਾਹਨੂੰ ਹੁਣ ਉੱਪਰ ਦੀ ਗਾਤਰਾ ਪਾ ਕੇ ਮਤਲਬ ਇਦਾਂ ਰਹਿਣਾ ਹੈਗਾ, ਜਾਂ ਪੱਗ ਕਿਸੇ ਹੋਰ ਰੰਗ ਦੀ ਬੰਨ ਲਿਆ ਕਰੋ, ਇਹ ਜ਼ਰੂਰੀ ਥੋੜੀ ਜਾ ਕੇ ਕਾਲੀ ਨੀਲੀ ਜਾਂ ਪੀੜੀ ਨਾ ਬੰਨਿਆ ਕਰ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਕਿੱਥੋਂ ਆਉਂਦੀਆਂ ਨੇ? ਕਿਵੇਂ ਸਿੱਖਾਂ ਦੇ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰੀ ਚੋਂ ਫੁੱਫੜ ਜਾਂ ਕੋਈ ਮਾਸੜ ਜਾਂ ਕੋਈ ਮਾਮਾ ਜਦੋਂ ਆਉਂਦਾ ਤੇ ਘਰ 'ਚ ਬੱਚਾ ਟੇਬਲ ਦੇ ਉੱਤੇ ਜਦੋਂ ਚਾਹ ਪਾਣੀ ਹਜੇ ਫੜਾ ਉਹਨੂੰ ਬਿਠਾ ਲੈਂਦੇ, ਕਹਿੰਦੇ ਬਹਿ ਜਾ, ਆਹ ਕੀ ਇੱਥੇ ਗੁਰਮਤਿ ਪ੍ਰਕਾਸ਼ ਤੇ ਆ ਧਾਰਮਿਕ, ਇਹ ਕੀ ਤੂੰ ਕਿਹੜੇ? ਉਹ ਹਾਲਾਂਕਿ ਇੰਨੀਆਂ ਸਾਦੀਆਂ ਜੀਆਂ ਸਿੱਖ ਫਲਸਫੇ ਬਾਰੇ ਸਿੰਪਲ ਜੀਆਂ ਸਾਦੀਆਂ ਜੀਆਂ ਕਿਤਾਬਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਬੱਚਾ ਪੜ੍ਹ ਕੇ ਅਜੇ ਸਿੱਖੀ ਵਾਲੇ ਪਾਸੇ ਤੁਰਨਾ ਹੋਣਾ ਹੁੰਦਾ ਉਹਨੇ, ਪਰ ਉਹਨੂੰ ਉੱਥੇ ਹੀ ਕਿ ਲੈ। ਤੇ ਜੇਕਰ ਕੋਈ ਖਾਲਸਾ ਫਤਿਹਨਾਮਾ ਜਾਂ ਸੰਤ ਸਿਪਾਹੀ ਵਰਗੀਆਂ ਇਦਾਂ ਦੇ ਮੈਗਜ਼ੀਨ ਲਿਆ ਰਿਹਾ ਹੋਵੇ ਫਿਰ ਤਾਂ ਉੱਥੇ ਤਬਾਹੀ ਹੋਈ ਮੱਚ ਜਾਂਦੀ ਆ ਕਿ ਇਹ ਕੀ ਕਰੀ ਫਿਰਦੇ ਹੋ ਤੁਸੀਂ, ਇੱਥੇ ਇਦਾਂ ਦੀਆਂ ਕਿਤਾਬਾਂ ਲਿਆਉਂਦੇ ਹੋ ਘਰ ਦੇ ਵਿੱਚ। ਤੋ ਜਿਹੜਾ ਇਹ ਮਾਹੌਲ ਕੁਛ ਬੰਦਿਆਂ ਦੇ ਦਿਮਾਗ ਦੇ ਵਿੱਚ ਇਸ ਤਰੀਕੇ ਦੇ ਨਾਲ ਆਇਆ, ਉਹ ਫਿਰ ਕਹਿੰਦੇ ਆ ਇਹ ਕੱਟੜਤਾ ਜੀ ਬੜੀ ਮਾੜੀ ਆ। ਕਿਹੜੀ ਕੱਟੜਤਾ? ਆਪਦੇ ਧਰਮ ਦੀ ਮਰਿਆਦਾ 'ਚ ਪ੍ਰਪੱਕ ਹੋਣਾ ਜਿਵੇਂ ਗੁਨਾਹ ਹੋ ਗਿਆ ਹੋਵੇ। ਤੇ ਸਿੰਘ ਸ਼ਬਦ ਬਈ ਇਹ ਨਹੀਂ ਜੀ ਮੈਂ ਤਾਂ ਸਿੰਘ ਨਹੀਂ ਲਾਉਣਾ ਹੈਗਾ ਆਪਦੇ ਨਾਂ ਨਾਲ, ਕਿਉਂਕਿ ਇਹਦੇ ਨਾਲ ਕੀ ਹੋ ਜਾਂਦਾ, ਇਹ ਕੱਟੜਾਂ ਜਿਹੀ ਵਾਲੀ ਗੱਲ ਆ, ਐਵੇਂ ਸਿੰਘ ਸ਼ਬਦ ਲਾਉਣਾ। ਇਹ ਕਿੱਦਾਂ ਦੀਆਂ ਗੱਲਾਂ ਮਤਲਬ ਹੋ ਗਈਆਂ। ਹੁਣ ਇਹ ਗੱਲ ਤਾਂ ਚਲੋ ਅੱਗੇ ਆ ਕਿ ਜਦੋਂ ਜਿਹੜੇ ਅਮਲ ਨੇ ਜਾਂ ਕੰਮ ਨੇ ਉਹ ਬਾਅਦ, ਪਰ ਸਾਨੂੰ ਤਾਂ ਪਹਿਲਾਂ ਹੀ ਘੇਰਿਆ ਜਾ ਰਿਹਾ। ਠੀਕ ਆ ਕਿ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਪੜ੍ਹਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ,
ਬਈ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਪੁੱਛਣ ਲੱਗੇ ਵੀ ਜਿਹੜੇ ਹਿੰਦੂ ਨੇ ਉਹ ਵੱਡੇ ਆ ਕਿ ਮੁਸਲਮਾਨ ਵੱਡੇ ਆ, ਵੀ ਠੀਕ ਕਿਹੜੇ ਨੇ ਇਹਨਾਂ ਚੋਂ, ਜ਼ਿਆਦਾ ਵੱਡੇ ਕਿਹੜੇ, ਨੰਬਰ ਕਿਹਦੇ ਵੱਡੇ ਆ ਜ਼ਿਆਦਾ, ਮਤਲਬ 1 ਨੰਬਰ 2 ਨੰਬਰ ਦੀ ਜਿਮਕ। ਤੇ ਉਹ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਵੀ ਜੇ ਅਮਲ ਨਹੀਂ ਠੀਕ ਹੈਗੇ ਤੇ ਫਿਰ ਕੁਛ ਵੀ ਜਿਹੜਾ ਉਹ ਠੀਕ ਨਹੀਂ ਹੈਗਾ। ਤੋ ਹਿੰਦੂ ਅਤੇ ਮੁਸਲਮਾਨ ਦੀ ਉਸ ਵੇਲੇ ਤਕਰਾਰ ਸੀਗੀ। ਇਸ ਵੇਲੇ ਜਿਹੜੀ ਸਾਡੇ ਸਿੱਖ ਨੂੰ ਇੱਕ ਸਵਾਲ ਜਿਹੜਾ ਉਹਦੇ ਸਾਹਮਣੇ ਸੁੱਟਿਆ ਜਾ ਰਿਹਾ ਕਿ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸਿੱਖ ਹੋਣ ਤੋਂ ਇਨਕਾਰ ਕਰ। ਉਹ ਤੋਂ ਮੰਗ ਕੀਤੀ ਜਾ ਰਹੀ ਆ ਕਿ ਸਿੱਖੀ ਕੋਈ ਬਾਹਲੀ ਵਧੀਆ ਗੱਲ ਤਾਂ ਹੈ ਨਹੀਂ ਗੀ, ਤੁਸੀਂ ਤਾਂ ਹਿੰਦੂਆਂ ਚੋਂ ਹੀ ਨਿਕਲੇ ਹੋ ਨਾ, ਤਾਂ ਇਸ ਕਰਕੇ ਤੁਸੀਂ ਹਿੰਦੂਆਂ ਵਰਗੀ ਸ਼ਕਲ ਬਣਾ ਕੇ ਰੱਖੋ, ਹਿੰਦੂਆਂ ਵਰਗੇ ਪਹਿਰਾਵਾ ਪਹਿਨੋ, ਜੈ ਮਾਤਾ ਦੀ ਕਹਿ ਲੈਣ ਦੇ ਨਾਲ ਕੀ ਹੋ ਜਾਊਗਾ ਜੇ ਤੂੰ ਜਗਰਾਤੇ ਤੇ ਹਾਜ਼ਰੀ ਭਰ ਲਏਗਾ। ਇਦਾਂ ਇੱਕ ਬੜਾ ਸਿਸਟੇਮੈਟਿਕ ਤਰੀਕੇ ਦੇ ਨਾਲ ਸਿੱਖਾਂ ਦੇ ਕੋਲੋਂ ਸਿੱਖੀ ਛੁਡਵਾਉਣ ਦੇ ਜਿਹੜੇ ਢੰਗ ਤਰੀਕੇ ਉਹ ਲੱਭੇ ਜਾ ਰਹੇ ਨੇ। ਔਰ ਜਿਹੜੀ ਗੱਲ ਅੰਗਰੇਜ਼ ਤੇ ਹੋਰ ਲੋਕ ਬੜੀ ਖੂਬਸੂਰਤੀ ਦੇ ਨਾਲ ਸਾਡੇ ਸਾਹਮਣੇ ਬਿਆਨ ਕਰਕੇ ਗਏ ਆ ਕਿ ਇਹ ਜਿਹੜਾ ਹਿੰਦੂ ਹੈ ਇਹਨੂੰ ਬੜੀ ਪਰੇਸ਼ਾਨੀ ਆ ਕਿ ਗੁਰੂ ਸਾਹਿਬਾਨ ਨੇ ਹਿੰਦੂ ਮਤ ਦੀ ਆਧਾਰਸ਼ਿਲਾ ਜਾਤ ਪਾਤ ਤੇ ਵਰਣ ਵੰਡ ਆ ਜਿਹੜੀ ਇਹਦੇ ਉੱਤੇ ਸਖਤ ਤੇ ਕਾਮਯਾਬ ਹਮਲਾ ਜਿਹੜਾ ਉਹ ਕੀਤਾ ਸੀ। ਤੋ ਇਸ ਕਰਕੇ ਹਿੰਦੂ ਜਿਹੜੇ ਆ ਉਹ ਆਪਦੇ ਬੱਚਿਆਂ ਨੂੰ ਸਿੱਖੀ ਧਾਰਨ ਕਰਨ ਤੋਂ ਵੀ ਰੋਕਦੇ ਆ ਤੇ ਉਹ ਜਿਹੜੇ ਪਹਿਲਾਂ ਸਿੱਖ ਸੱਜ ਚੁੱਕੇ ਆ ਉਹਨਾਂ ਨੂੰ ਸਿੱਖੀ ਤੋਂ ਪਤਿਤ ਕਰਨ ਲਈ ਵੀ ਯਤਨਸ਼ੀਲ ਰਹਿੰਦੇ ਆ। ਤੋ ਇਹ ਜਿਹੜਾ ਪਤਿਤ ਕਰਨਾ ਹੈਗਾ ਉਹ ਕਹਿੰਦੇ ਇਦਾਂ ਕਰ ਲੈਂਦੇ ਆ ਵੀ ਇਹਨਾਂ ਦੇ ਧਰਮ ਦੇ ਬਾਰੇ ਜਿਹੜੇ ਨੇ ਖਿਆਲਾਤ ਇਸ ਤਰੀਕੇ ਨਾਲ ਪੇਸ਼ ਕਰੀਏ ਕਿ ਸਿੱਖੀ ਨੂੰ ਛੱਡ ਜਾਣ। ਉਹਦੇ 'ਚ ਇੱਕ ਤਾਂ ਇਹ ਹੈਗਾ ਵੀ ਪੋਲੇ ਜਿਹੇ ਬਣ ਕੇ, ਲਵਲੀ ਜੇ ਕਿਊਟ ਜਿਹੇ ਬਣ ਕੇ, ਮਿੱਠੇ ਪਿਆਰੇ ਜਿਹੇ ਬਣ ਕੇ ਉਹਨਾਂ ਤੋਂ ਉਹ ਕੰਮ ਸਿੱਖਾਂ ਤੋਂ ਕਰਵਾ ਲਈਏ ਜਿਹਦੇ ਨਾਲ ਉਹ ਆਪਦੇ ਧਰਮ ਤੋਂ ਡਿੱਗ ਪੈਣ। ਦੂਸਰਾ ਹੈਗਾ ਕਿ ਟੈਰਰ ਫੈਲਾਉਣਾ, ਜਿਹੜਾ ਇਹ ਅਟੈਕ ਜਿਹੜਾ ਆਪਾਂ ਕਹਿੰਦੇ ਆ ਵੀ ਕੱਟੜ ਹੋਣਾ, ਵੀ ਤੂੰ ਤਾਂ ਕੱਟੜ ਜਿਹਾ ਬਣ ਗਿਆ, ਇਹ ਉਹਨੂੰ ਡਰਾਉਣਾ ਵਾ ਕਿ ਨਹੀਂ ਤਾਂ ਤੂੰ ਮਾਰਿਆ ਜਾਏਗਾ, ਨਹੀਂ ਤੂੰ ਰਗੜਿਆ ਜਾਏਗਾ, ਐਵੇਂ ਰੈਡੀਕਲ ਬਣ ਜਾਏਗਾ, ਤੂੰ ਕੱਟੜ ਬਣ ਜਾਏਗਾ। ਫਿਰ ਉਹਨੂੰ ਐਕਸਟ੍ਰੀਮਿਸਟ, ਅੱਤਵਾਦੀ ਤੇ ਅੱਗੇ ਤੱਕਰ ਅੱਖਰ ਜਿਹੜੇ ਨੇ ਉਹ ਹੋਰ ਨਵੇਂ ਤੋਂ ਨਵੇਂ ਘੜ ਕੇ ਟੈਰਰਿਸਟ ਅੱਖਰ ਤੱਕਰ ਉਹਨੂੰ ਲੈ ਕੇ ਜਾਂਦੇ ਆ। ਤੋ ਅੱਖਰਾਂ ਦੇ ਰਾਹੀਂ ਸ਼ਾਬਦਿਕ ਹਿੰਸਾ ਜਿਹੜੀ ਆ, ਇਹ ਜਿਹੜੀ ਸ਼ਬਦਾਂ ਦੀ ਹਿੰਸਾ ਇਹ ਬਹੁਤ ਜ਼ਿਆਦਾ ਭਿਆਨਕ ਰੂਪ ਲੈਣ ਵੱਲ ਨੂੰ ਵੱਧ ਰਹੀ ਹੈ। ਤੇ ਜਿਹੜਾ ਉਹ ਗੁਰਸਿੱਖ ਆ, ਮਤਲਬ ਕਿ ਜਿਹਨੂੰ ਇਹ ਕੱਟੜ ਸਿੱਖ ਦਾ ਸਟੇਟਸ ਦੇ ਦਿੱਤਾ ਗਿਆ, ਰੈਡੀਕਲ ਕਹਿ ਦਿੱਤਾ ਗਿਆ, ਐਕਸਟ੍ਰੀਮਿਸਟ ਕਹਿ ਦਿੱਤਾ ਗਿਆ, ਉਹਦੇ ਜਿਹੜੀ ਚੰਗੇ ਉਹਦੀ ਕੋਈ ਗੱਲ ਹੋਵੇ, ਹਾਂ ਵੀ ਬੜਾ ਗੁੱਡ ਮੈਨ ਸੀ, ਵਧੀਆ ਬੰਦਾ ਸੀ ਨਾ, ਇਸ ਤਰ੍ਹਾਂ ਜੇ ਕੋਈ ਗੱਲ ਹੋ ਵੀ ਜਾਵੇ ਉਹਦੀ, ਤਾਂ ਫਿਰ ਕਿਹਾ ਜਾਂਦਾ ਕਿ ਹੈ ਤਾਂ ਫਿਰ ਉਹ ਟੈਰਰਿਸਟ ਹੀ ਸੀ ਨਾ ਜੀ, ਫਿਰ ਕੀ ਹੋ ਗਿਆ, ਮਤਲਬ ਕੱਟੜ ਜਿਹਾ ਬੰਦਾ ਸੀ ਨਾ। ਇਦਾਂ ਜਿਵੇਂ ਭਾਈ ਜੁਗਰਾਜ ਸਿੰਘ ਤੂਫਾਨ ਪਿਛਲੇ ਜਿਹੜਾ ਸਾਡਾ ਸਮਾਂ ਇਤਿਹਾਸ 1978 ਤੋਂ ਬਾਅਦ ਦਾ, ਇਹਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਜਿਨ੍ਹਾਂ ਸ਼ਖਸੀਅਤਾਂ ਨੇ ਕੌਮ ਦੇ ਵਿੱਚ, ਸਮਾਜ ਦੇ ਵਿੱਚ ਸਤਿਕਾਰ ਹਾਸਲ ਕੀਤਾ, ਉਹਨਾਂ ਚੋਂ ਬਾਬਾ ਜੁਗਰਾਜ ਸਿੰਘ ਤੂਫਾਨ ਵੀ ਇੱਕ ਇਹੋ ਜਿਹੀ ਸ਼ਖਸੀਅਤ ਹੈ। ਬਾਬਾ ਜੁਗਰਾਜ ਸਿੰਘ ਤੂਫਾਨ ਜਿਹੜੇ ਹੈ ਇਹ ਖਾਲਿਸਤਾਨੀ ਸੰਘਰਸ਼ ਦੇ ਵਿੱਚ ਜਿਹੜੀਆਂ ਬਹੁਤ ਚੰਗੀਆਂ ਉਹਨਾਂ ਨੇ ਹਾਂ ਪੱਖੀ ਕਈ ਕਾਰਵਾਈਆਂ ਕੀਤੀਆਂ, ਜਿਹਦੀ ਕਰਕੇ ਇਹ ਸ਼੍ਰੀ ਹਰਗੋਬਿੰਦਪੁਰ, ਗੁਰਦਾਸਪੁਰ, ਮਹਿਤਾ ਚੌਂਕ, ਬਾਬਾ ਬਕਾਲਾ, ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਹਿੰਦੂ ਸੀਗਾ ਇਸ ਇਲਾਕੇ ਦਾ, ਉਹ ਇਉਂ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਜਿਵੇਂ 32 ਦੰਦਾਂ ਦੇ ਵਿਚਾਲੇ ਜੀਭ ਆ ਜਿਹੜੀ ਉਹ ਸੁਰੱਖਿਅਤ ਮਹਿਸੂਸ ਕਰਦੀ ਆ ਆਪਦੇ ਆਪ ਨੂੰ, ਕਿ ਦੰਦ ਜਿਹੜੇ ਨੇ ਉਹ ਹਰ ਚੀਜ਼ ਨੂੰ ਚਟਮ ਕਰ ਜਾਂਦੇ ਆ, ਹਜਮ ਕਰ ਜਾਂਦੇ ਆ, ਉਹਨੂੰ ਕੱਟਦੇ ਆ, ਤੇ ਪਰ ਦੰਦ ਜਿਹੜੇ ਨੇ ਉਹ ਜੀਭ ਨੂੰ ਕੁਛ ਨਹੀਂ ਕਹਿੰਦੇ। ਐਵੇਂ ਹੀ ਇਸ ਇਲਾਕੇ ਦਾ ਹਿੰਦੂ ਜਿਹੜਾ ਸੀ ਉਹ ਆਪਦੇ ਆਪ ਨੂੰ ਬੜਾ ਸੁਰੱਖਿਅਤ, ਤੇ ਉਹ ਕਈ ਹੁਣ ਜਿਹੜੇ ਪਰਾਂ ਬੈਠੇ, ਦੂਰ ਬੈਠੇ, ਉਹ ਇਹ ਸਮਝਦੇ ਹੈਗੇ ਆ ਜਾਂ ਸਮਝਦੇ ਰਹੇ ਨੇ ਕਿ ਖਾੜਕੂ ਜਿਹੜੇ ਨੇ ਉਹ ਤਾਂ ਇਸ ਇਲਾਕੇ 'ਚ ਪੰਜਾਬ ਦੇ ਵਿੱਚ ਹਰੇਕ ਸਿੱਖ ਨੂੰ ਚਾਹੁੰਦੇ ਸੀ ਵੀ ਇਹਨਾਂ ਨੂੰ ਅਸੀਂ ਖਾਲਿਸਤਾਨੀ ਜਾਂ ਸਿੱਖ ਬਣਾਉਣਾ ਹੈਗਾ, ਸਿੱਖ ਧੱਕੇ ਨਾਲ, ਵੀ ਜਿਵੇਂ ਜਿਹੜਾ ਅਸੀਂ ਦੇਖਦੇ ਹਾਂ ਇਤਿਹਾਸ ਵਿੱਚ ਕਿ ਮੁਗਲਾਂ ਪਠਾਣਾ ਨੇ
ਜਾਂ ਖਾਸ ਤੌਰ ਤੇ ਔਰੰਗਜ਼ੇਬ ਦੇ ਬਾਰੇ ਗੱਲ ਚਲਾਈ ਗਈ ਆ ਕਿ ਜੀ ਉਹ ਇੰਨੇ ਮਣ ਜਨੇਊ ਜਿਹੜੇ ਸੀ ਉਹ ਲਾਉਂਦਾ ਸੀਗਾ ਤੇ ਫੇਰ ਰੋਟੀ ਖਾਂਦਾ ਸੀਗਾ। ਇਦਾਂ ਦੀਆਂ ਕਈ ਗੱਲਾਂ ਉਹਦੇ ਬਾਰੇ ਪ੍ਰਚਲਿਤ ਕੀਤੀਆਂ ਹੋਈਆਂ ਨੇ, ਪਰ ਉਹਦਾ ਮੂਲ ਭਾਵ ਇਹ ਸੀ ਕਿ ਔਰੰਗਜ਼ੇਬ ਜਿਹੜਾ ਸੀ ਉਹ ਹਿੰਦੂਆਂ ਨੂੰ ਜਬਰੀ ਜਿਹੜਾ ਮੁਸਲਮਾਨ ਉਹ ਕਰਦਾ ਸੀ। ਉਹ ਉੱਦਾਂ ਦੀ ਹੀ ਗੱਲ ਖਾਲਿਸਤਾਨੀ ਸੰਘਰਸ਼ ਦੇ ਸਿਖਰ ਮੌਕੇ ਫੈਲਾਈ ਗਈ ਕਿ ਹਿੰਦੂਆਂ ਨੂੰ ਧੱਕੇ ਨਾਲ ਸਿੱਖ ਸਜਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਨੇ। ਜਦੋਂ ਕਿ ਇਸ ਗੱਲ ਦੇ ਵਿੱਚ ਜਿਹੜੇ ਸ਼੍ਰੀ ਹਰਗੋਬਿੰਦਪੁਰ ਜਾਂ ਗੁਰਦਾਸਪੁਰ, ਬਾਬਾ ਬਕਾਲਾ, ਮਹਿਤਾ ਚੌਂਕ, ਇਹ ਸਾਰੇ ਜਿਹੜੀ ਇਲਾਕੇ ਦੀ ਹਿੰਦੂ ਆਬਾਦੀ ਆ, ਇਹ ਇਸ ਗੱਲ ਦਾ ਕਹਿੰਦੇ ਵੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ, ਅਸੀਂ ਤਾਂ ਆਰਾਮ ਨਾਲ ਰਹਿੰਦੇ ਰਹੇ ਹਾਂ। ਔਰ ਉਹ ਬੰਦੇ ਬਹੁਤ ਵਧੀਆ ਬੰਦੇ ਸੀਗੇ। ਉੱਥੇ ਦਰਸ਼ਨ ਲਾਲ ਇੱਕ BJP ਦਾ ਲੀਡਰ ਹੈ, ਉਹ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ, ਮੈਂ ਉਹਨੂੰ ਖੁਦ ਮਿਲ ਕੇ ਆਇਆ। ਔਰ ਉਹ ਜਦੋਂ ਮੈਂ ਗੱਲ ਛੇੜੀ ਭਾਈ ਜੁਗਰਾਜ ਸਿੰਘ ਤੂਫਾਨ ਦੀ, ਉਹ ਰੋਣ ਲੱਗ ਗਿਆ, ਮਤਲਬ ਬਹੁਤ ਬੁਰੀ ਤਰ੍ਹਾਂ ਉਹ ਰੋ ਪਿਆ। ਔਰ ਮੇਰੇ ਮੋਢੇ ਤੇ ਵੀ ਉਹ ਤੁਸੀਂ ਨਹੀਂ ਜਾਣਦੇ ਸਿੱਖੋ ਕੀ ਸੀ ਉਹ। ਤਾਂ ਭਾਈ ਜਗਰਾਜ ਸਿੰਘ ਦੀ ਜੋ ਸਿਫਤ, ਜੋ ਉਹਨੇ ਸਿਫਤ ਸਲਾਹ ਕੀਤੀ, ਤਾਂ ਮੈਨੂੰ ਉਸ ਟਾਈਮ ਦਸ਼ਮੇਸ਼ ਪਾਤਸ਼ਾਹ ਦੀ ਉਹ ਗੱਲ, ਉਹ ਇਤਿਹਾਸਕ ਬਰਤਾਂਤ ਚੇਤੇ ਆ ਰਿਹਾ ਸੀਗਾ। ਜਦੋਂ ਦਸ਼ਮੇਸ਼ ਪਾਤਸ਼ਾਹ ਜਿਹੜੇ ਆ ਉਹ ਬਹਾਦਰ ਸ਼ਾਹ ਨੂੰ ਆਗਰੇ ਦੀ ਧਰਤੀ ਤੇ ਮੁਲਾਕਾਤ ਹੋਈ ਆ, ਤੇ ਜਦੋਂ ਬਹਾਦਰ ਸ਼ਾਹ ਨੇ ਉਹਨਾਂ ਨੂੰ ਇਹ ਗੱਲ ਸਵਾਲ ਦੇ ਰੂਪ 'ਚ ਕਿ ਜਿਹੜਾ ਧਰਮ ਆ, ਮਜ਼ਹਬ, ਉਹਦੇ ਬਾਰੇ ਦੱਸੋ ਜੀ, ਬਈ ਜਿਹੜਾ ਮਜ਼ਹਬ ਆ, ਧਰਮ ਆ ਜਿਹੜਾ, ਵੀ ਉਹ ਕਿਹਦਾ ਵਧੀਆ, ਬਈ ਉਹ ਮਜ਼ਹਬ ਬਾਰੇ ਦੱਸੋ ਨਾ, ਵੀ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਤੋ ਜੇਕਰ ਸਾਡੇ ਵਰਗਾ ਹੁੰਦਾ ਫਿਰ ਤਾਂ ਸ਼ਾਇਦ ਕਹਿ ਦਿੰਦਾ ਕਿ ਜੀ ਸਿੱਖ ਧਰਮ ਬੜਾ ਵਧੀਆ ਹੈਗਾ ਨਾ, ਇਦਾਂ ਗੱਲ ਹੋਣੀ ਸੀ। ਪਰ ਕਲਗੀਧਰ ਸ਼ਹਿਨਸ਼ਾਹ ਜਿਹੜੇ ਨੇ ਉਸ ਮੌਕੇ ਸਾਡੇ ਸਾਹਮਣੇ ਇੱਕ ਕਮਾਲ ਦੀ ਗੱਲ ਜਿਹੜੀ ਆ, ਕਿਉਂਕਿ ਜੇ ਕਿਸੇ ਹਿੰਦੂ ਨੂੰ ਪੁੱਛੋ ਕਹੂਗਾ ਹਿੰਦੂ ਧਰਮ ਬੜਾ ਵਧੀਆ, ਮੁਸਲਮਾਨ ਨੂੰ ਪੁੱਛਾਂਗੇ ਉਹ ਮੁਸਲਮਾਨ ਵਧੀਆ ਕਹੂਗਾ। ਤੇ ਸੁਭਾਵਿਕ ਆ ਕਿ ਸਾਡੇ ਵਰਗੇ ਕੰਮ ਅਕਲ ਜਿਹੜੇ ਨੇ ਉਹ ਵੀ ਕਹਿ ਸਕਦੇ ਆ ਕਿ ਸਿੱਖ ਧਰਮ ਸਭ ਤੋਂ ਵਧੀਆ। ਪਰ ਨਹੀਂ, ਜਦੋਂ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਮਜ਼ਹਬ, ਧਰਮ, ਮਜ਼ਹਬ ਜਿਹੜਾ ਹੈਗਾ ਇਹਦੇ ਬਾਰੇ ਦੱਸੋ, ਤਾਂ ਸ਼ਹਿਨਸ਼ਾਹ ਦਾ ਜਿਹੜਾ ਸੀਗਾ ਜਵਾਬ ਉਹ ਇਹ ਸੀ ਕਿ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ, ਕਿ ਤੈਨੂੰ ਤੇਰਾ ਧਰਮ ਮੁਬਾਰਕ ਹੋਵੇ ਤੇ ਸਾਨੂੰ ਸਾਡਾ ਧਰਮ, ਸਾਡਾ ਮਜ਼ਹਬ ਜਿਹੜਾ ਹੈ ਉਹ ਮੁਬਾਰਕ ਹੋਵੇ। ਹਰ ਇੱਕ ਸ਼ਖਸ ਨੂੰ ਆਪਦੇ ਨਜ਼ਰੀਏ ਅਨੁਸਾਰ ਰੱਬ ਨੂੰ, ਇਸ਼ਟ ਨੂੰ, ਆਪਦੇ ਨੂੰ ਮੰਨਣ ਦਾ ਹੱਕ ਜਿਹੜਾ ਹੈ ਉਹ ਹੋਣਾ ਹੀ ਚਾਹੀਦਾ। ਇਹ ਜਿਹੜੀ ਧਾਰਮਿਕ ਆਜ਼ਾਦੀ ਦੀ ਗੱਲ ਹੈ, ਇਹ ਗੁਰੂ ਘਰ ਨੇ ਜਿਸ ਤਰੀਕੇ ਦੇ ਨਾਲ ਬਖਸ਼ਿਸ਼ ਕੀਤੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਈ ਮਰਦਾਨੇ ਤੋਂ ਲੈ ਕੇ ਬੇਅੰਤ ਇਹੋ ਜਿਹੀਆਂ ਸ਼ਖਸੀਅਤਾਂ ਗੁਰੂ ਘਰ ਦੇ, ਹੁਣ ਪੈਂਦੇ ਖਾਨ ਸੀ, ਪੈਂਦੇ ਖਾਨ ਨੂੰ ਨਹੀਂ ਕਿਹਾ ਕਿ ਤੂੰ ਪਹਿਲਾਂ ਜਿਹੜਾ ਹੈਗਾ ਸਿੱਖ ਸਾਜ, ਉਲਟਾ ਆਪਾਂ ਜਾਣਦੇ ਹਾਂ ਕਿ ਜਦੋਂ 6ਵੇਂ ਪਾਤਸ਼ਾਹ ਦੇ ਨਾਲ ਜੰਗ ਦੇ ਮੌਕੇ ਉਹ ਅੰਤਮ ਜਿਹੜਾ ਸਾਹਾਂ ਤੇ ਹੈ, ਤਾਂ ਗੁਰੂ ਪਾਤਸ਼ਾਹ ਉਹਨੂੰ ਕਹਿੰਦੇ ਆ ਕਿ ਕਲਮਾ ਪੜ੍ਹ ਲਾ, ਕਿਉਂਕਿ ਉਹ ਮੁਸਲਮਾਨ ਸੀਗਾ। ਇਵੇਂ ਹੀ ਹੋਰ ਬੇਅੰਤ ਇਹੋ ਜਿਹੇ ਮੁਸਲਮਾਨ ਨੇ, ਬੇਅੰਤ ਇਹੋ ਜਿਹੇ ਹਿੰਦੂ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੇਲ ਜੋਲ ਰੱਖਿਆ, ਪਰ ਉਹਨਾਂ ਨੂੰ ਧੱਕੇ ਦੇ ਨਾਲ ਕਦੇ ਵੀ ਸਿੱਖੀ ਧਾਰਨ ਕਰਨ ਲਈ ਨਹੀਂ ਕਿਹਾ ਗਿਆ ਕਿ ਪਹਿਲਾਂ ਸਿੱਖ ਸਜੋ, ਕਿਉਂਕਿ ਮਜ਼ਹਬ ਜਿਹੜਾ ਹੈ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਗੁਰੂ ਸਾਹਿਬਾਨ ਨੇ ਜਿਹੜੀ ਇਹ ਰਵਾਇਤ ਸਾਨੂੰ ਬਖਸ਼ੀ ਆ, ਉਸ ਜਦੋਂ ਸਾਡੇ ਕੋਲੇ ਕਹਿੰਦੇ ਆ ਨਾ ਕਿ ਜਦੋਂ ਤਾਕਤ ਹੱਥ 'ਚ ਆਉਂਦੀ ਆ ਉਦੋਂ ਕਿਸੇ ਬੰਦੇ ਦੀ ਪਰਖ ਹੁੰਦੀ ਆ। ਜਦੋਂ ਮੁਸਲਮਾਨਾਂ ਕੋਲ ਤਾਕਤ ਆਈ, ਸੱਤਾ ਆਈ, ਤਾਂ ਉਹਨਾਂ ਨੇ ਜੋ ਕੁਛ ਕੀਤਾ ਉਹ ਆਪਣੇ ਸਾਹਮਣੇ ਆ। ਦੂਜੇ ਪਾਸੇ ਜਦੋਂ ਹਿੰਦੂਆਂ ਕੋਲੇ ਤਾਕਤ ਆਈ, ਅੱਜ ਜੋ ਜਲਵੇ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ ਤੇ ਹੋਰਾਂ ਨੂੰ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹ ਜ਼ੁਲਮ ਕਰ ਰਹੇ ਨੇ ਉਹ ਵੀ ਸਾਡੇ ਸਾਹਮਣੇ ਆ। ਔਰ ਜਿਹੜੀ ਗੱਲ ਜਿਨਾਹ ਨੇ ਸਿੱਖ ਲੀਡਰਾਂ ਨੂੰ ਕਹੀ ਸੀ, ਮਿਸਟਰ ਜਿਨਾਹ ਨੇ, ਕਿ ਤੁਸੀਂ ਇਹਨਾਂ ਨੂੰ, ਹਿੰਦੂਆਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਤੁਸੀਂ ਅਸਲ ਵਿੱਚ ਹਿੰਦੂ ਨੂੰ ਉਦੋਂ ਦੇਖੋਗੇ ਜਦੋਂ ਇਹ ਹਾਕਮ ਹੋਣਗੇ। ਤੇ ਜਦੋਂ ਹਾਕਮ ਬਣੇ ਉਸ ਮੌਕੇ ਜੋ ਮੁਸਲਮਾਨ ਨੇ ਜਿਸ ਤਰੀਕੇ ਨਾਲ ਦਿਖਾਇਆ, ਜਿਸ ਤਰੀਕੇ ਨਾਲ ਹਿੰਦੂ ਨੇ ਦਿਖਾਇਆ, ਉਵੇਂ ਹੀ ਜਦੋਂ ਸਿੱਖਾਂ ਦੀ ਵਾਰੀ ਆਈ, ਤਾਂ ਜਦੋਂ ਸਿੱਖ ਰਿਆਸਤਾਂ ਹੋਂਦ ਵਿੱਚ ਆਈਆਂ ਨੇ, ਉਦੋਂ ਕਿਸੇ ਦੇ ਉੱਤੇ ਉਹਦੇ ਧਰਮ ਕਰਕੇ ਕਦੇ ਉਹਦੇ ਨਾਲ ਵਧੀਕੀ ਜਾਂ ਜ਼ੁਲਮ ਨਹੀਂ ਹੋਇਆ। ਔਰ ਜਦੋਂ ਇਹਨਾਂ ਦਿਨਾਂ ਦੇ ਵਿੱਚ BBC ਦਾ ਸਰਵੇ ਅੱਜ ਕੱਲ੍ਹ ਬੜਾ ਚਰਚਾ 'ਚ ਆ ਕਿ ਮਹਾਰਾਜਾ ਰਣਜੀਤ ਸਿੰਘ
ਜਿਹੜਾ ਹੈ ਉਹਦਾ ਰਾਜ ਭਾਗ ਜਾਂ ਉਹਦੇ ਵੇਲਿਆਂ ਦੇ ਵਿੱਚ ਸਭ ਤੋਂ ਵਧੀਆ ਬਿਹਤਰੀਨ ਰਾਜ ਪ੍ਰਬੰਧ ਦੇਣ ਵਾਲਾ ਸ਼ਾਸਕ ਜਿਹੜਾ ਹੁਕਮਰਾਨ ਹੈ ਜਿਹੜਾ ਉਹਦਾ ਉਹਨਾਂ ਦਾ ਦਰਜਾ ਇਸ ਤਰੀਕੇ ਨਾਲ ਨਿਰਧਾਰਿਤ ਕੀਤਾ ਗਿਆ। ਸੋ ਜਿਹੜਾ ਸਾਨੂੰ ਖਾਲਸਾਈ ਸਿਧਾਂਤ ਆ ਕਿ ਅਸੀਂ ਦੂਜਿਆਂ ਦੇ ਧਰਮ ਦੀ ਇੱਜ਼ਤ ਕਰਨੀ ਆ, ਦੂਜਿਆਂ ਦੇ ਧਰਮ ਅਸਥਾਨ ਦੀ ਇੱਜ਼ਤ ਕਰਨੀ ਆ, ਦੂਜਿਆਂ ਦੇ ਧਰਮ ਦੇ ਗ੍ਰੰਥ ਦੀ ਇੱਜ਼ਤ ਕਰਨੀ ਆ, ਪਰ ਅਸੀਂ ਉਹਨਾਂ ਦਾ ਜਿਹੜਾ ਹੈਗਾ ਤਿਰਸਕਾਰ ਨਹੀਂ ਕਰਨਾ ਤੇ ਅਸੀਂ ਪਰਪੱਕ ਆਪਦੇ 'ਚ ਹੀ ਰਹਿਣਾ। ਇਹ ਨਹੀਂ ਕਿ ਆਪਦੇ ਨੂੰ ਤਿਆਗ ਕੇ ਦੂਜੇ ਨਹੀਂ, ਉਹਨਾਂ ਨੂੰ ਉਹਨਾਂ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਤੋ ਇਹ ਜਿਹੜੀ ਸਾਡੇ ਧਰਮ ਦੀ ਅਨੋਖੀ ਬਾਤ ਆ, ਇਹਨੂੰ ਸਮਝਣ ਦੀ, ਇਹਨੂੰ ਮੰਨਣ ਦੀ ਬਜਾਏ ਜੋ ਕੁਝ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਹਿੰਦੂ ਕੱਟੜਵਾਦ ਆ ਜਿਹੜਾ ਉਹ ਸਿੱਖਾਂ ਨੂੰ, ਉਹਨਾਂ ਨੂੰ ਡਰਾ ਕੇ ਧਮਕਾ ਕੇ ਬੜੇ ਅਜੀਬੋ ਗਰੀਬ ਤਰ੍ਹਾਂ ਦੇ ਹਮਲੇ ਜਿਹੜੇ ਨੇ ਉਹ ਹੋ ਰਹੇ ਨੇ। ਥੋੜੇ ਦਿਨ ਹੋਏ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਉਹ ਮਿਲਿਆ ਤੇ ਉਹ ਕਹਿੰਦਾ ਵੀ ਮੈਂ ਸਾਰੀ ਉਮਰ ਜੀ ਹੁਣ ਵੱਡੀ ਉਮਰ ਹੋ ਗਈ ਆ, ਮੈਂ ਸਰਕਾਰੀ ਨੌਕਰੀ ਕੀਤੀ ਆ ਤੇ ਪਰ ਅੰਦਰੋਂ ਮੈਂ ਸਿੱਖੀ ਜਿਹੜੀ ਆ ਜਿੰਨਾ ਹੋ ਸਕਿਆ ਮੈਂ ਮਰਨ ਨਹੀਂ ਦਿੱਤੀ ਤੇ ਮੈਂ ਹੁਣ ਇਹ ਸਮਝਦਾ ਕਿ ਸਿੱਖੀ ਨੂੰ ਮਾਰਨ ਦੇ ਲਈ ਸਰਕਾਰ ਬੜੇ ਯਤਨ ਕਰ ਰਹੀ ਆ ਤੇ ਮੈਂ ਵੱਡੀ ਉਮਰ ਹੋ ਗਈ ਆ, ਜਿੰਨੀ ਬੁਰੀ ਤਰ੍ਹਾਂ ਜਿੰਨੀ ਚੰਗੀ ਤਰ੍ਹਾਂ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਹੈ, ਸਮਝਦਾ ਕਿ ਸਿੱਖਾਂ ਦੇ ਅੰਦਰੋਂ ਸਿੱਖੀ ਮਾਰੀ ਜਾ ਰਹੀ ਹੈ। ਉਹ ਇਦਾਂ ਆ ਕਿ ਅਸੀਂ ਇੱਕ ਵਾਰ ਜਦੋਂ ਪੜ੍ਹਦੇ ਸੀ ਸਕੂਲ ਤੇ ਅਸੀਂ ਬਹੁਤ ਛੋਟੇ ਸੀ ਅਜੇ, ਤੇ ਉਹਨਾਂ ਦਿਨਾਂ ਦੇ ਵਿੱਚ ਬੰਬੇ ਵੱਲ ਕਿਸੇ ਰੇਲਵੇ ਸਟੇਸ਼ਨ ਦੇ ਉੱਤੇ ਕਿਸੇ ਨਿਹੰਗ ਸਿੰਘ ਨਾਲ ਤਕਰਾਰ ਹੋਈ ਤੇ ਉੱਥੇ ਰੇਲਵੇ ਵਿਭਾਗ ਵਾਲਿਆਂ ਨੇ ਜਾਂ ਕਿਸੇ ਨੇ ਉਹਦੇ ਨਾਲ ਮਾਰਕਟਾਈ ਕੀਤੀ, ਧੱਕਾ ਮੁੱਕੀ ਕੀਤੀ ਤੇ ਉਹਦੀ ਦਸਤਾਰ ਲੱਥੀ ਹੋਈ ਦੀ ਰੇਲਵੇ ਸਟੇਸ਼ਨ ਦੇ ਉੱਤੇ ਨਿਹੰਗ ਸਿੰਘ ਦੀ ਇੱਕ ਫੋਟੋ ਜਿਹੜੀ ਸੀ ਅਖਬਾਰਾਂ ਦੇ ਵਿੱਚ ਛਪੀ ਸੀ ਕਿ ਨਿਹੰਗ ਸਿੰਘ ਨਾਲ ਬਦਸਲੂਕੀ ਹੋਈ ਹੈ। ਤੇ ਉਹ ਕਹਿੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਜਦੋਂ ਸਵੇਰੇ ਸਕੂਲ ਜਾਣਾ ਉਦੋਂ ਵੀ ਅਸੀਂ ਟਾਈਮ ਇਸ ਗੱਲ ਤੇ ਲਾਉਣਾ ਤੇ ਦੁਪਹਿਰੋਂ ਵੀ ਅਸੀਂ ਅੱਧੀ ਛੁੱਟੀ ਮੌਕੇ ਰਿਸੈਸ ਜਦੋਂ ਹੁੰਦੀ ਅੱਜ ਕੱਲ੍ਹ ਦੇ ਹਿਸਾਬ ਨਾਲ ਰਿਸੈਸ ਉਦੋਂ ਅੱਧੀ ਛੁੱਟੀ ਕਹਿੰਦੇ ਸੀ ਤੇ ਉਹ ਅਸੀਂ ਕੋਲੇ ਸਕੂਲ ਦੇ ਮਗਰਲੇ ਪਾਸੇ ਸਫਾਈਦੇ ਸੀਗੇ ਤੇ ਅਸੀਂ ਉੱਥੇ ਚਲੇ ਜਾਣਾ ਤੇ ਅਸੀਂ 4 ਜਾਣੇ ਹੁੰਦੇ ਸੀ ਦੋਸਤ, ਛੋਟੇ ਉਮਰ ਦੇ ਸੀਗੇ ਤੇ ਅਸੀਂ ਉੱਥੇ ਇਹ ਗੱਲਾਂ ਚਰਚਾ ਸਕੀਮਾਂ ਬਣਾਉਂਦੇ ਹੁੰਦੇ ਸੀ ਕਿ ਇਸ ਗੱਲ ਦਾ ਬਦਲਾ ਲੈਣਾ ਜਿਹੜਾ ਸਾਡੇ ਨਿਹੰਗ ਸਿੰਘ ਦੀ ਬੇਅਦਬੀ ਕੀਤੀ ਗਈ ਆ, ਦਸਤਾਰ ਦੀ ਧੱਕਾ ਮਾਰਿਆ ਗਿਆ, ਉਹਦੇ ਨਾਲ ਬਦਸਲੂਕੀ ਹੋਈ ਆ, ਅਸੀਂ ਉਹਦਾ ਬਦਲਾ ਲੈਣਾ। ਤੇ ਅਸੀਂ ਇਹ ਅਕਸਰ ਹੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਹਿੰਦਾ ਕਰਿਆ ਕਰੀਏ। ਕਹਿੰਦਾ ਵੀ ਆਮ ਨਿਹੰਗ ਸਿੰਘ ਨੂੰ ਨੈਗੇਟਿਵਲੀ ਨਾਵਾਚਕ ਰੂਪ ਦੇ ਵਿੱਚ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਸਾਨੂੰ ਉਦੋਂ ਇਉਂ ਲੱਗੇ ਕਿ ਇਹ ਤਾਂ ਸਾਡੀ ਕੌਮ ਦੀ ਪੱਗ ਨੂੰ ਹੱਥ ਪੈ ਗਿਆ ਵਾ। ਤੇ ਇਸ ਤਰੀਕੇ ਦੀ ਜਿਹੜੀ ਸਥਿਤੀ ਸੀ ਉਹਨਾਂ ਸਮਿਆਂ ਦੇ ਵਿੱਚ ਸਾਡੇ ਆਲੇ ਦੁਆਲੇ ਵਿੱਚ ਉਹ ਦੱਸੇ ਕਿ ਆਮ ਸੀ, ਕਿਉਂਕਿ ਜਿਹੜੇ ਸਕੂਲ ਦੇ ਵਿੱਚ ਬੱਚੇ ਸੀ ਉਹ ਵੀ ਇਦਾਂ ਦੀਆਂ ਗੱਲਾਂ ਕਰਦੇ ਸੀ, ਜਿਹੜੇ ਪਿੰਡ ਦੇ ਵਿੱਚ ਚਾਚੇ ਮਾਮੇ ਨਾਨੇ ਤਾਏ ਜਾਂ ਹੋਰ ਲੋਕ ਸੀ ਜਾਂ ਜਿੱਥੇ ਵੀ ਕਿਤੇ 4 ਸਿੱਖ ਜੁੜਦੇ ਸੀ ਇਸ ਗੱਲ ਦੇ ਉੱਤੇ ਚਰਚਾ ਕਰਦੇ ਰਹਿੰਦੇ ਸੀ ਕਿ ਸਿੱਖ ਦੀ ਬੇਅਦਬੀ ਹੋਈ ਆ, ਆਜ਼ਾਦ ਭਾਰਤ ਵਿੱਚ ਸਿੱਖਾਂ ਦੀ ਪੱਗ ਰੁਲ ਰਹੀ ਹੈ, ਇਦਾਂ ਦੀਆਂ ਗੱਲਾਂ ਅਸੀਂ ਸੁਣਦੇ ਰਹਿੰਦੇ ਹੁੰਦੇ ਸੀ। ਕਹਿੰਦਾ ਉਹਨਾਂ ਦਿਨਾਂ ਦੇ ਵਿੱਚ ਸਾਡਾ ਸਿੱਖੀ ਸਿਦਕ ਇੰਨਾ ਪਰਪੱਕ ਸੀ ਤੇ ਹੁਣ ਅਸੀਂ ਜਿਹੜਾ ਚਾਰੇ ਦੋਸਤ ਜਿਹੜੇ ਉਸ ਮੌਕੇ ਅਸੀਂ ਇਕੱਠੇ ਬਹਿ ਕੇ ਬਦਲਾ ਲੈਣ ਦੀਆਂ ਸਕੀਮਾਂ ਬਣਾਉਂਦੇ ਰਹੇ ਸੀ ਬਚਪਨੇ 'ਚ, ਕਿਸੇ ਵਿਆਹ ਸ਼ਾਦੀ ਮੌਕੇ ਕਿਸੇ ਮੈਰਿਜ ਪੈਲਸ ਵਿੱਚ ਇਕੱਠੇ ਹੋਏ ਤੇ ਅਸੀਂ ਕੋਈ ਇਦਾਂ ਦੀ ਚਰਚਾ ਗੱਲਬਾਤ ਚੱਲ ਪਈ ਕਦੋਂ ਤੋਂ ਅੱਜ ਦੇ ਹਾਲਾਤਾਂ ਬਾਰੇ, ਤਾਂ ਅਸੀਂ ਇਸ ਗੱਲ ਦੇ ਉੱਤੇ ਬੜਾ ਚੇਤੇ ਕਰਕੇ ਹੱਸੇ ਕਿ ਕਮਾਲ ਆ ਕਿ ਉਦੋਂ ਆਪਾਂ ਫਿਰ ਅਸੀਂ ਸੀਰੀਅਸ ਹੋਏ ਕਿ ਆਪਾਂ ਇਦਾਂ ਕਿਵੇਂ ਸੋਚ ਲਿਆ ਕਿ ਆਪਾਂ ਉਹਨੂੰ ਉਹਦਾ ਬਦਲਾ ਲਵਾਂਗੇ, ਕੁਝ ਬਦਲੇ ਲੈਣ ਦੀਆਂ ਗੱਲਾਂ ਕਿਵੇਂ ਸਾਡੇ, ਕਿਉਂਕਿ ਸਾਡੇ ਅੰਦਰ ਸਿੱਖੀ ਸੀ, ਅੰਦਰਲਾ ਸਿੱਖ ਸੀ ਜਿਹੜਾ ਸਾਨੂੰ ਉਕਸਾਉਂਦਾ ਸੀ ਕਿ ਤੇਰੇ ਧਰਮ ਨੂੰ ਅੱਜ ਤੇਰੀ ਲੋੜ ਹੈ। ਤੇ ਅੱਜ ਦੇ ਸਿੱਖ ਜਿਹੜੇ ਨੇ ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ, ਜੇ ਗਵਾਂਢ ਦੇ ਪਿੰਡ 'ਚ ਬੇਅਦਬੀ ਹੋ ਗਈ ਆ ਇਸ਼ਟ ਦੀ ਤਾਂ ਮੈਂ ਦੁਕਾਨ ਤੇ ਜਾਵਾਂ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਦੇ ਬਾਰੇ ਵੀ ਮੈਨੂੰ ਹੈਗਾ, ਪਰ ਮੈਨੂੰ ਜ਼ਿਆਦਾ ਜ਼ਰੂਰੀ ਆ ਕਿ ਮੈਂ ਡਿਊਟੀ ਤੇ ਜਾਵਾਂ। ਤੇ ਇਹ ਜਿਹੜਾ ਹੈਗਾ ਕਿ ਇੰਨਾ ਜ਼ਿਆਦਾ ਫਰਕ ਉਹ ਸਾਡਾ ਪਿਛਲੇ 40-50 ਸਾਲ ਦੇ ਸਮੇਂ ਦੇ ਵਿੱਚ ਉਸ ਜਿਹੜਾ ਮੁਲਾਜ਼ਮ ਸੀਗਾ ਭਰਾ ਉਹ ਦੱਸ ਰਿਹਾ ਸੀਗਾ ਕਿ ਸਾਡੇ ਅੰਦਰ ਇਸ ਤਰੀਕੇ ਦੇ ਨਾਲ ਅੰਦਰੋਂ ਸਿੱਖੀ ਜਿਹੜਾ ਸਿਦਕ ਆ ਉਹ ਕਿਵੇਂ ਤੋੜਿਆ ਜਾ ਰਿਹਾ। ਤੋ ਇਵੇਂ ਦੀ ਹੀ ਗੱਲ ਇੱਕ ਹਿੰਦੂ ਜਿਹੜਾ ਹੈ ਦੋਸਤ
ਉਹ ਆਪਦੇ ਸਿੱਖ ਦੋਸਤ ਨਾਲ ਕਰਦਾ ਕਿ ਯਾਰ ਕਮਾਲ ਦੀ ਗੱਲ ਆ, ਆਪਾਂ ਇਕੱਠੇ ਖੇਡਦੇ ਹੁੰਦੇ ਸੀ, ਮੌਜਾਂ ਲੁੱਟਦੇ ਸੀ, ਜਾਂ ਦੀਵਾਲੀ ਆਉਣੀ ਜਾਂ ਕੋਈ ਗੁਰਪੁਰਬ ਆਉਣਾ, ਇਕੱਠੇ ਆਪਾਂ ਬਚਪਨ 'ਚ। ਤੇ ਅੱਜ ਮੈਂ ਤੇਰੀਆਂ ਫੇਸਬੁੱਕ ਤੇ ਪੋਸਟਾਂ ਦੇਖਦਾ ਹਾਂ ਤੇ ਤੂੰ ਮਤਲਬ ਬੜਾ ਹੁਣ ਹਿੰਦੂਆਂ ਦੇ ਜਾਂ ਹਿੰਦੂ ਚੀਜ਼ਾਂ ਦੇ ਬਾਰੇ ਨੈਗੇਟਿਵਲੀ ਲਿਖਦਾ ਹੈਗਾ। ਤੇ ਮੈਂ ਤੇਰੀਆਂ ਪੋਸਟਾਂ ਪੜ੍ਹ ਕੇ ਕਈ ਵਾਰ ਆਪਦੀ ਬੱਚਿਆਂ ਤੋਂ ਤੇ ਆਪਦੀ ਘਰਵਾਲੀ ਤੋਂ ਮੈਨੂੰ ਇਹ ਰਹਿੰਦਾ ਕਿ ਉਹ ਮੈਨੂੰ ਕਹਿ ਨਾ ਦੇਣ ਕਿ ਗਰੇਵਾਲ ਸਾਹਿਬ ਅੱਜ ਕੱਲ੍ਹ ਕਿੱਦਾਂ ਦੀਆਂ ਗੱਲਾਂ ਲਿਖਦੇ ਆ। ਤੇ ਆਪਾਂ ਤਾਂ ਮਿੱਤਰਾ ਇਕੱਠੇ ਨਿੱਕੇ ਹੁੰਦੇ ਤੇ ਇਸ ਤਰ੍ਹਾਂ ਕਰਦੇ ਰਹਿੰਦੇ ਆ। ਤੂੰ ਕਹਿਣਾ ਹੈਗਾ ਕਿ ਸਿੱਖ ਜਿਹੜਾ ਹੈ ਉਹਨੂੰ ਖਾ ਜਾਏਗਾ ਹਿੰਦੂ, ਜਿਹੜੀ ਸਿੱਖੀ ਆ ਇਹਨੂੰ ਹਿੰਦੂਇਜ਼ਮ ਖਾਣ ਨੂੰ ਫਿਰਦਾ, ਹੜੱਪਣ ਨੂੰ ਫਿਰਦਾ, ਇਦਾਂ ਦੀਆਂ ਪੋਸਟਾਂ ਜਿਹੜੀਆਂ ਨੇ। ਤੇ ਉਹ ਜਿਹੜਾ ਸਿੱਖ ਆ ਉਹ ਉਹਨੂੰ ਕਹਿੰਦਾ ਹੈ ਕਿ 1984 ਤੋਂ ਬਾਅਦ ਪਹਿਲਾਂ ਤਾਂ ਕਦੇ ਅਸੀਂ ਸੋਚਿਆ ਹੀ ਨਹੀਂ ਸੀਗਾ। ਵਾਕਿਆ ਹੀ ਅਸੀਂ ਜਗਰਾਤਿਆਂ 'ਚ ਚਲੇ ਜਾਂਦੇ ਸੀ ਉਦੋਂ ਸਾਡੇ ਮਨ ਅੱਜ, ਪਰ ਤੇਰੇ ਘਰ ਜਗਰਾਤੇ ਤੇ ਆਉਣ ਲੱਗਿਆ ਮੇਰੇ ਮਨ ਵਿੱਚ ਕੁਛ ਉੱਠਦਾ। ਉਦੋਂ ਅਸੀਂ ਸਾਰਾ ਕੰਮ ਜਿਹੜਾ ਸੀ, ਜਦੋਂ ਜਗਰਾਤਾ ਤੁਸੀਂ ਕਰਾਉਂਦੇ ਸੀਗੇ ਜਾਂ ਤੁਸੀਂ ਦੁਰਗਾ ਪੂਜਾ ਦਾ ਜਾਂ ਕੁਛ ਹੋਰ ਕਰਦੇ ਸੀ, ਉਦੋਂ ਸਾਡੇ ਮਨ ਵਿੱਚ ਇਦਾਂ ਨਹੀਂ ਸੀਗਾ। ਪਰ 1984 ਨੇ ਸਾਨੂੰ ਇਹ ਦੱਸ ਦਿੱਤਾ ਕਿ ਸਭ ਅੱਛਾ ਨਹੀਂ ਹੈ। ਤੁਸੀਂ ਸਾਨੂੰ ਚੇਤਾ ਕਰਾ ਦਿੱਤਾ ਉਸ ਦੌਰ ਦੇ ਵਿੱਚ। ਹੁਣ ਤੁਸੀਂ ਆਮ ਹਿੰਦੂ ਨਹੀਂ ਸਾਨੂੰ ਕੁਝ ਕਹਿ ਰਿਹਾ, ਮੈਨੂੰ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ, ਨਾ ਮੈਨੂੰ ਤੇਰੇ ਤੋਂ। ਪਰ ਇੱਥੇ ਹਰ ਰੋਜ਼ ਜਿਹੜੇ ਆ ਹਿੰਦੂ ਕੱਟੜਪੰਥੀ ਭੈੜੇ ਤੋਂ ਭੈੜੇ ਬਿਆਨ ਦੇ ਕੇ, ਮਾੜੇ ਤੋਂ ਮਾੜੀਆਂ ਗੱਲਾਂ ਲਿਖ ਕੇ ਸਾਡੇ ਧਰਮ ਬਾਰੇ, ਸਾਡੇ ਧਰਮ ਸਥਾਨਾਂ ਬਾਰੇ, ਸਾਡੇ ਸਾਰੇ ਕਾਸ਼ੇ ਬਾਰੇ, ਹੁਣ ਉਹ ਸਾਡੇ ਅੰਦਰ ਇੱਕ ਇਹੋ ਜਿਹਾ ਮਾਹੌਲ ਤਿਆਰ ਕਰਦੇ ਆ ਕਿ ਹਿੰਦੂ ਹੋਣ ਤੋਂ ਹਿੰਦੂ ਖਾ ਜਾਏਗਾ ਸਾਨੂੰ, ਹਿੰਦੂ ਸਾਨੂੰ ਖਾਣ ਨੂੰ ਫਿਰਦਾ। ਉਹ ਸਾਨੂੰ ਹਰ ਜਿਹੜਾ ਪਲ ਵਾ ਉਹਦੇ ਵਿੱਚ ਇਹ ਅਹਿਸਾਸ ਅੰਦਰ ਸਾਡੇ ਪਰ, ਔਰ ਇਹਦੇ ਤੋਂ ਅਸੀਂ ਕਹਿੰਦੇ ਹਾਂ ਕਿ ਨਹੀਂ, ਆਪਦੇ ਆਪ ਨੂੰ ਬਚਾਈਏ, ਆਪਦੇ ਧਰਮ ਨੂੰ ਬਚਾਈਏ, ਧਰਮ ਸਥਾਨ ਨੂੰ ਬਚਾਈਏ, ਧਰਮ ਦੀ ਮਰਿਆਦਾ ਨੂੰ ਬਚਾਈਏ। ਤੇ ਜਦੋਂ ਅਸੀਂ ਇਸ ਗੱਲ ਦੇ ਵਿੱਚੋਂ, ਜਦੋਂ ਬੰਦੇ ਨੂੰ ਲੱਗਦਾ ਹੈ ਕਿ ਆਲੇ ਦੁਆਲੇ ਵਿੱਚ ਖਤਰਾ ਹੈ, ਆਲੇ ਦੁਆਲੇ ਮਾਹੌਲ ਦੇ ਵਿੱਚ ਗੜਬੜ ਹੈ, ਤਾਂ ਫਿਰ ਉਹ ਕਹਿੰਦਾ ਹੈਗਾ ਕਿ ਮੈਂ ਇਸ ਚੀਜ਼ ਨੂੰ ਬਚਾ ਲਵਾਂ। ਤਾਂ ਫਿਰ ਅਸੀਂ ਬਚਾਉਣ ਦਾ ਕੀ ਆ ਕਿ ਅਸੀਂ ਕੁੜਤਾ ਪਜਾਮਾ ਪਾ ਕੇ ਉੱਪਰ ਦੀ ਗਾਤਰਾ ਪਾਵਾਂ ਤੇ ਖਾਲਿਸਤਾਨੀ ਪੱਗ ਬੰਨਾ, ਤੈਨੂੰ ਮੈਂ ਦਿਖਾਵਾਂ, ਹਿੰਦੂ ਨੂੰ ਦਿਖਾਵਾਂ ਕਿ ਮੈਂ ਆਪਦੇ ਧਰਮ ਵਿੱਚ ਪ੍ਰਪਾਕਾਂ। ਤੇ ਐਨ ਉਸ ਮੌਕੇ ਜਦੋਂ ਮੈਂ ਨਿਤਨੇਮ ਕਰਦਾ ਜਾਂ ਗੁਰਦੁਆਰਾ ਸਾਹਿਬ ਜਾਣ ਵਾਲਾ ਬਣ ਜਾਂਦਾ ਜਾਂ ਮੈਂ ਪਾਠ ਕਰਨ ਵਾਲਾ ਬਣ ਜਾਂਦਾ, ਉਸ ਮੌਕੇ ਫਿਰ ਹਿੰਦੂ ਮਾਈਂਡ ਦੀ, ਹਿੰਦੂ ਮਾਨਸਿਕਤਾ ਦੀ ਜਿਹੜੀ ਆ ਮੇਰੇ ਕੰਨੀ ਆਵਾਜ਼ ਪੈਂਦੀ ਆ ਕਿ ਇਹ ਵੀ ਬੜਾ ਕੱਟੜ ਜਿਹਾ ਵਾ। ਤੇ ਮੈਂ ਕੋਈ ਕੱਟੜ ਜਿਹਾ ਨਹੀਂ ਹੈਗਾ, ਮੈਂ ਇੱਕ ਸਧਾਰਨ ਸਿੱਖ ਵਾਂ ਜਿਹੜਾ ਇਸ ਕਰਕੇ ਕਿ ਚਲੋ ਜੀ ਦਾੜਾ ਪ੍ਰਕਾਸ਼ ਕਰਨਾ ਚਾਹੀਦਾ, ਚਲੋ ਜੀ ਆਪਾਂ ਅੰਮ੍ਰਿਤ ਛਕਣਾ ਚਾਹੀਦਾ, ਚਲੋ ਜੀ ਆਪਾਂ ਕੁੜਤਾ ਪਜਾਮਾ ਦੇਸੀ ਜੁੱਤੀ ਲੋਈ ਦੇ ਨਾਲ ਗੁਰਦੁਆਰਾ ਸਾਹਿਬ ਜਾਈਏ ਤੇ ਆਪਾਂ ਪਾਠ ਕਰੀਏ। ਇਹ ਸਾਰਾ ਕੁਝ ਉਹ ਆ ਜਿਹੜਾ ਮੈਨੂੰ ਮੇਰੇ ਧਰਮ ਦੇ ਕਰਕੇ ਕਰਨਾ ਹੀ ਚਾਹੀਦਾ। ਤੇ ਜੇ ਮੈਂ ਇਹ ਕਰ ਲਿਆ, ਇੰਨੀ ਗੱਲ ਦੇ ਨਾਲ ਸ਼ਰਮਾ ਜੀ ਤੁਹਾਡੇ ਲਈ ਗਰੇਵਾਲ ਸਾਹਿਬ ਜਿਹੜੇ ਨੇ ਉਹ ਹੁਣ ਕੱਟੜ ਸਿੱਖ ਬਣ ਗਏ। ਹੁਣ ਕੱਟੜ ਮੈਂ ਹੋ ਗਿਆ ਕਿਉਂਕਿ ਮੈਂ ਇਹ ਗੱਲ ਆਲੇ ਦੁਆਲੇ, ਇਹ ਜਿਹੜੀ ਇਹ ਸਥਿਤੀਆਂ ਨੇ ਹੁਣ ਪੈਦਾ ਹੋਣ ਲੱਗੀਆਂ ਨੇ, ਇਹਦੇ ਵਿੱਚ ਬਹੁਤ ਹੀ ਜਿਹੜੇ ਨੇ ਸਮਾਜਿਕ ਤੌਰ ਦੇ ਉੱਤੇ ਨਵੇਂ ਤਾਣੇ ਬਾਣੇ ਬੁਣੇ ਜਾ ਰਹੇ ਆ, ਨਵੇਂ ਹਾਲਾਤ ਬਣਦੇ ਜਾ ਰਹੇ ਆ। ਤੇ ਇੱਕ ਜਿਹੜਾ ਸਿੱਖ ਮਾਨਵ ਆ ਉਹਨੂੰ ਡਰਾ ਦੇਣ ਦੀ, ਉਹਦੇ ਅੰਦਰ ਦਹਿਸ਼ਤ ਪਾ ਦੇਣ ਦੀ, ਉਹਦੇ ਅੰਦਰ ਸਹਿਮ ਜਿਹਾ ਪਾ ਦੇਣ ਦੀ ਜਿਹੜੀ ਖੇਡ ਆ, ਉਹ ਹੁਣ ਸਿੱਖ ਸਮਝ ਗਿਆ ਕਿ ਜਦੋਂ ਇਹ ਕਹਿੰਦੇ ਆ ਨਾ ਕਿ ਕੱਟੜ ਸਿੱਖ ਆ ਜੀ ਇਹ ਤਾਂ, ਜਾਂ ਰੈਡੀਕਲ ਵਾ, ਜਾਂ ਇਹ ਐਕਸਟ੍ਰੀਮਿਸਟ ਆ, ਤਾਂ ਅਸਲ ਵਿੱਚ ਇਹ ਡਰਾ ਦੇਣਾ ਚਾਹੁੰਦਾ ਕਿ ਨਹੀਂ ਤੂੰ ਇਹ ਗਾਤਰਾ ਕਿਰਪਾਨ ਸਿੱਖੀ ਸਰੂਪ ਤਿਆਗ ਦੇ, ਤੂੰ ਹਿੰਦੂਆਂ ਵਰਗਾ ਬਣ ਜਾ, ਤੂੰ ਮਤਲਬ ਕਿ ਕਲੀਨ ਸ਼ੇਵ ਹੋ ਜਾ, ਤੂੰ ਮੂੰਹ ਸਿਰ ਮੁੰਨ ਤੇ ਫਿਰ ਤੱਕ। ਪਰ ਜੇ ਕਿਤੇ ਤੂੰ ਜਿਹੜਾ ਹੈਗਾ ਮੌਲੀ ਜੀ ਬੰਨ ਲਵੇਂ ਇੱਥੇ ਧਾਗੇ ਜੇ ਲਾਲ ਜੇ ਹੱਥ ਤੇ ਜੈ ਮਾਤਾ ਦੀ ਕਹਿਣ ਲੱਗ ਜਵੇਂ, ਤੇ ਫਿਰ ਤਾਂ ਬਾਤਾਂ ਹੀ ਕੁਛ ਹੋਰ ਨੇ। ਪਰ ਜੇ ਤੂੰ ਇੱਥੇ ਤੱਕ ਨਹੀਂ ਆਉਣਾ, ਘੱਟੋ ਘੱਟ ਤੂੰ ਸਿੱਖੀ ਸਰੂਪ ਤਿਆਗ ਦੇ। ਸੋ ਇਸ ਮੌਕੇ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਇੱਕ ਮਾਹੌਲ ਦੇ ਵਿੱਚੋਂ ਸੁਨੇਹਾ, ਇਹ ਨਹੀਂ ਵੀ ਕੱਲਾ ਕੱਲਾ ਹਿੰਦੂ ਕੱਲੇ ਕੱਲੇ ਸਿੱਖ ਨੂੰ ਫੜ ਕੇ ਕਹਿੰਦਾ ਨਹੀਂ ਫਿਰਦਾ, ਪਰ ਇੱਕ ਮਾਹੌਲ ਜਿਹੜਾ ਇਸ ਮੁਲਕ ਦੇ ਵਿੱਚ, ਭਾਰਤ ਵਿੱਚ ਸਿਰਜ ਦਿੱਤਾ ਜਾ ਰਿਹਾ ਕਿ ਹਰੇਕ ਸਿੱਖ ਨੂੰ ਇਹ ਗੱਲ ਮਹਿਸੂਸ ਹੋ ਜਾਵੇ, ਉਹਦੇ ਕੰਨੀ ਇਹ ਗੱਲ ਪੈ ਜਾਵੇ ਕਿ ਹਿੰਦੁਸਤਾਨ ਮੇਂ ਰਹਿਣਾ ਹੈ तो जय सीताराम ही कहना है। तो क्यों कहना है? ਭਾਰਤ ਮਾਤਾ ਕੀ ਜੈ ਸਿੱਖ ਕਿਉਂ ਕਹਿਣ, ਕਾਹਦੇ ਲਈ ਕਹਿਣ? ਕਿਉਂਕਿ ਭਾਰਤ ਮਾਤਾ ਜਿਹੜੀ ਆ ਉਹ ਇੱਕ ਇਹੋ ਜਿਹਾ ਕਨਸੈਪਟ ਆ ਜਿਹੜਾ ਸਿੱਖ ਇਜ਼ਮ ਦੇ ਮੂਲ ਆਧਾਰ ਦੇ ਬਿਲਕੁਲ ਉਲਟ ਵਾ। ਕਿਉਂਕਿ ਸਿੱਖ
पूजा अकाल की परचा शब्द का ते दीदार खालसे का। सो इस तरीके दे नाल ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇਹ ਮਾਹੌਲ ਆ, ਇਹਦੇ ਵਿੱਚ ਇੱਕ ਤਾਂ ਡਰ ਅਤੇ ਸਹਿਮ ਪਾ ਦੇਣ ਦੀ ਬਿਰਤੀ, ਦੂਸਰਾ ਜਿਹੜਾ ਹੈਗਾ ਅੱਜ 1984 ਤੋਂ ਬਾਅਦ ਜਿਹੜੀ ਅਵੇਅਰਨੈਸ ਆਈ ਆ, ਤੀਜਾ ਜਿਹੜੀ ਅੰਦਰ ਮਨ ਦੇ ਵਿੱਚ ਕੜੱਤਣ, ਇੱਕ ਜ਼ਹਿਰ, ਇੱਕ ਨਫ਼ਰਤ, ਜਿਹੜੀ ਇੱਕ ਆਪਦੀ ਡਿਊਟੀ ਚੇਤੇ ਆਈ ਆ ਕਿ ਮੈਂ ਇੱਕ ਸਿੱਖ ਵਾਂ ਤੇ ਮੈਨੂੰ ਸਿੱਖ ਹੋਣ ਦੇ ਨਾਤੇ ਆਪਦੇ ਧਰਮ ਦੀ ਮਰਿਆਦਾ ਜਿਹੜੀ ਆ ਉਹਦੇ ਉੱਤੇ ਪੂਰਨਤਾ ਦੇ ਨਾਲ ਪਹਿਰਾ ਦੇਣਾ ਚਾਹੀਦਾ। ਜਿਉਂ ਜਦੋਂ ਤੱਕ ਸਿੱਖ ਨੇ 1984 ਤੋਂ ਪਹਿਲਾਂ ਇਹ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਚਲੋ ਫੇਰ ਕੀ ਹੋ ਗਿਆ ਜੇ ਮੂੰਹ ਸਿਰ ਮਨਾ ਲਿਆ, ਜਦੋਂ ਸਿੱਖ ਨੇ ਕਦੇ ਇਸ ਗੱਲ ਵੱਲ ਮਿੱਥ ਕੇ ਧਿਆਨ ਨਹੀਂ ਸੀ ਦਿੱਤਾ ਕਿ ਚਲੋ ਫੇਰ ਕੀ ਹੋ ਗਿਆ, ਆਪਾਂ ਜਗਰਾਤਾ ਗਵਾਂਢੀਆਂ ਦੇ ਸ਼ਰਮਾ ਜੀ ਕਿ ਜੇ ਸਾਰਾ ਦਿਨ ਕੰਮ ਕਰ ਲਿਆ ਉੱਥੇ ਤਾਂ ਏਡੀ ਕਿੱਡੀ ਕੁ ਗੱਲ ਹੋ ਗਈ। ਜਦੋਂ ਇਹ ਸਾਰਾ ਕੁਝ ਪਹਿਲਾਂ ਵਾਪਰਦਾ ਸੀ ਉਦੋਂ ਸਹਿਜ ਸੀ, ਪਰ 1978 ਤੋਂ ਬਾਅਦ ਦੇ, ਖਾਸ ਤੌਰ ਤੇ 84 ਤੋਂ ਬਾਅਦ ਦੇ ਹਾਲਾਤਾਂ ਨੇ ਸਿੱਖ ਲਈ ਹੁਣ ਸਥਿਤੀ ਉਹ ਨਹੀਂ ਰਹਿਣ ਦਿੱਤੀ ਤੇ ਹਿੰਦੂ ਜਿਹੜਾ ਹੈ ਉਹਨੂੰ ਵੀ ਪਤਾ, ਪਰ ਉਹ ਚਲਾਕੀ ਕਰ ਰਿਹਾ ਹਿੰਦੂ ਮਨ, ਉਹਨੂੰ ਸਮਝ ਲੱਗ ਚੁੱਕੀ ਆ ਕਿ ਅੱਜ ਦਾ ਸਿੱਖ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਕਿਉਂ ਤ੍ਰਬਕਦਾ, ਕਿਉਂ ਉਹਨੂੰ ਜਗਰਾਤੇ ਤੇ ਜਾ ਕੇ ਜਿਹੜੀ ਮਾਤਾ ਦੀ ਮੂਰਤੀ ਆ ਉਹਨੂੰ ਮੱਥਾ ਟੇਕਣਾ ਕਿਉਂ ਉਹਨੂੰ ਬੁਰਾ ਲੱਗਦਾ, ਕਿਉਂਕਿ ਅੱਜ ਉਹਨੂੰ ਚੇਤਾ ਆ ਗਿਆ ਵਾ ਕਿ ਮੇਰੇ ਧਰਮ ਦੇ ਹਿਸਾਬ ਦੇ ਨਾਲ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਨੂੰ ਮੱਥਾ ਟੇਕਣਾ, ਉਹਦੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਮੈਂ ਕਿਸੇ ਹੋਰ ਨੂੰ ਇਸ ਤਰੀਕੇ ਨਾਲ ਰੱਬ ਮੰਨ ਕੇ ਮੱਥਾ ਨਹੀਂ ਟੇਕਣਾ। ਵੈਸੇ ਚਲੋ ਅਦਬ ਸਤਿਕਾਰ ਵਜੋਂ ਕਈ ਵਾਰੀ ਅਸੀਂ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਦਿੰਦੇ ਹਾਂ ਜਾਂ ਕਿਸੇ ਸ਼ਖਸੀਅਤ ਨੂੰ ਅਸੀਂ ਸਤਿਕਾਰ ਦਿੰਦੇ ਹਾਂ, ਉਹ ਪਰ ਰੱਬ ਮੰਨ ਕੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਇਸ਼ਟ ਮੰਨ ਕੇ ਸਾਡਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਦਾ, ਇਹ ਸ਼ਬਦ ਜਿਹੜੇ ਨੇ ਸਾਡਾ ਧੁਰਾ ਨੇ। ਤੋ ਅੱਜ ਦਾ ਜਿਹੜਾ ਸਿੱਖ ਵਾ ਉਹ ਇੰਨਾ ਭੋਲਾ ਨਹੀਂ ਰਿਹਾ ਹੈਗਾ ਕਿ ਉਹ ਤੋਂ ਬੜੀ ਮੌਜ ਨਾਲ ਤੁਸੀਂ ਉਹ ਸਾਰਾ ਕੁਝ ਕਰਵਾਈ ਜਾਵੋ ਜਿਹੜਾ ਉਹਦੇ ਧਰਮ ਦੀ ਮਰਿਆਦਾ ਦੇ ਉਲਟ ਆ। ਅੱਜ ਦਾ ਸਿੱਖ ਕਹਿੰਦਾ ਹੈਗਾ ਕਿ ਨਹੀਂ, ਤੇ ਜਦੋਂ ਵੀ ਸਿੱਖ ਨੋ ਕਹਿੰਦਾ, ਕਿਉਂਕਿ ਉਹਨੇ ਹੁਣ ਜਿਹੜਾ ਸੀਗਾ ਯੈਸ ਮੈਨ ਬਣਨਾ ਬੰਦ ਕਰ ਦਿੱਤਾ, ਕਿਉਂਕਿ ਇਦੋਂ ਪਹਿਲਾਂ ਸਿੱਖ ਜਿਹੜਾ ਸੀਗਾ ਖਾਸ ਤੌਰ ਤੇ ਬ੍ਰਾਹਮਣਵਾਦ ਆ ਜਿਹੜਾ, ਉਹਨੇ ਤਾਂ ਸੁਣਿਆ ਹੀ ਹੁਣ ਤੱਕ ਇਹ ਹੈਗਾ 7 ਵਚਨ, ਜੋ ਕੁਝ ਬ੍ਰਾਹਮਣ ਨੇ ਕਹਿ ਦਿੱਤਾ ਸਾਰੀ ਦੁਨੀਆ ਦੇ ਵਿੱਚ, ਹਾਂਜੀ ਠੀਕ ਆ ਜੀ 7 ਵਚਨ ਜੀ, ਤੇ ਬ੍ਰਾਹਮਣ 7 ਵਚਨ ਸੁਣਨ ਦਾ ਆਦੀ, ਤੇ ਉਹਦੇ ਸਾਹਮਣੇ ਸਿੱਖ ਆ ਕੇ ਖੜ ਗਿਆ ਜਿਹੜਾ ਕਹਿੰਦਾ ਹੈਗਾ ਕਿਉਂ ਜੀ, ਕਾਹਤੋਂ ਜੀ, ਮੈਂ ਨਹੀਂ ਇਹ ਕੰਮ ਕਰਨਾ ਹੈਗਾ, ਮੇਰੇ ਧਰਮ ਦੇ ਹਿਸਾਬ ਨਾਲ ਇਹ ਠੀਕ ਨਹੀਂ ਹੈਗਾ। ਤੇ ਜਦੋਂ ਵੀ ਇਹ ਸਿੱਖ ਕੋਈ ਇਹ ਗੱਲ ਕਹਿੰਦਾ ਉਸ ਮੌਕੇ ਬ੍ਰਾਹਮਣ ਅਤੇ ਬ੍ਰਾਹਮਣਵਾਦ ਜਿਹੜਾ ਹੈ ਉਹ ਫਿਰ ਦੰਦੀਆਂ ਪੀਂਦਾ, तो फिर वो सीधे तौर के उत्ते तो हमला करन जोगा नहीं हैगा, तो फिर वो ढंग तरीके वरतदा, एक तो टैरर फैला देवो, लोगों के मनां च ये गल पा देवो कि भाई जे सिक्खी जी की बाहली तू दिखाई ना इत्थे गलबात, तो फिर असी तैनूं रैडिकल कट्टड़पंथी कट्टड़ सिख कट्टड़ता वाला इदां दा एक्सट्रीमिस्ट टैरोरिस्ट इदां दे शब्द तेरे आले दुआले, फिर वो तू डरेगा भज्जा, फिर तू खुद कहंदा फिरेंगा लो जी मैं लाता गात्रा, मैं ला देना जी हुणे दाड़ी किस मुंडदा, पर मैनू कट्टड़ ना कहो। देखो क्या कमाल की स्थिति पैदा कर दी है ब्राह्मणवाद ने। तो एक दूजा जिहड़ा धर्म प्रति अवेयरनेस आ, आपदे धर्म च परपक्क होना किवें गुनाह वा, सिख रहत मर्यादा च परपक्क होना किवें गुनाह वा, आपदे धर्म की मर्यादा उत्ते पहरा देना किवें गुनाह वा, पर इत्थे परपक्क होण नूं कट्टड़ता दे नाल मेल के लोकां दे मनां विच एक दहशत जिहड़ी आ, एक कड़वाहट जिहड़ी आ, नफरत जिहड़ी आ, जहर भी जिहड़ा परपक्क वा। कोई हिंदू जिहड़ा है वो आपदे धर्म की मर्यादा च परपक्क वा, वो सारे लीड़े कपड़े उहो जे पाउंदा, वो तिलक जनेऊ जे लाउंदा, वो सारा कुछ जो भी उहदा धर्म की मर्यादा उह च पक्का है, तां हिंदू नूं बड़ा वधिया लगदा कि कमाल आ इह बंदा है ना, पूरा वधिया हैगा, इह जांदा है धर्म के हिसाब नाल ठीक है। पर जे कोई सिख आपदे धर्म की मर्यादा च पक्का है वो फिर बड़ा गुनाहगार आ, बड़ा पापी आ। क्यों वो आपदे धर्म च परपक्क होवे जी, है ना, क्योंकि जिहड़ा हिंदू माइंड आ वो कहंदा कि जे हिंदुस्तान में रहना है तो जय श्री राम ही कहना है, तो वो जय श्री राम तो बागी हुंदा जा रहा सिख जिहड़ा है, उहनूं देख के बड़ी समस्या खड़ी हो रही आ। तो इहो जिहे माहौल दे विच जदों जिहड़ा हैगा धर्मी होण नूं, धर्म विच परपक्क होण नूं एक गुनाह एक पाप बनाया जा रहा, ओहो जे माहौल दे विच साडे लई बड़ी जिम्मेवारी वाली गल आ कि असीं इस स्थितियां दे उत्ते ये सारियां मनोविग्यानक हमलियां दे उत्ते चर्चा करिए, और इन्हां बारे जदों चर्चा करांगे चर्चा ही अद्धा इलाज कर दिंदी है, क्योंकि जदों बंदा सुणदा है उहनूं सुणदियां सुणदियां समझ लग जांदी है कि अच्छा 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 इदां कीता जा रिहा मेरे नाल। तो सिखां दे बच्चिआं कोलों सिੱਖੀ छुड़वा देण दी जिहड़ी ये मुहिम आ, सिखां दे मनां विच
ਦਹਿਸ਼ਤ ਪਾ ਦੇਣ ਦੀ ਜਿਹੜੀ ਮੁਹਿੰਮ ਆ, ਸਿੱਖਾਂ ਦੇ ਉਹ ਪਿਆਰੇ ਤੇ ਸਤਿਕਾਰੇ ਜਾਂਦੇ ਸ਼ਬਦਾਂ ਨੂੰ ਨਾਵਾਚਕ ਅਰਥਾਂ ਵਿੱਚ ਵੀ ਨਿਹੰਗ ਸਿੰਘ ਦੇ ਮਾੜੇ ਅਰਥ ਕਰ ਦਿਓ, ਸਿੱਖ ਦੇ ਅਰਥ ਮਾੜੇ ਕਰ ਦਿਓ, ਕੱਟੜਪੰਥੀ ਬਣਾ ਦਿਓ। ਇਹ ਸਾਰਾ ਜਿਹੜੀ ਖੇਡ ਆ, ਜਦੋਂ ਇਹਨੂੰ ਸਿੱਖ ਦਿਨੋਂ ਦਿਨ ਹੁਣ ਸਮਝਦੇ ਜਾ ਰਹੇ ਨੇ, ਤਿਉਂ-ਤਿਉਂ ਬ੍ਰਾਹਮਣਵਾਦ ਵੀ ਕਰੂਰ ਹਮਲੇ ਜਿਹੜਾ ਹੈਗਾ ਉਹ ਕਰਨ ਲਈ ਦੰਦ ਤਿੱਖੇ ਹੁੰਦੇ ਜਾ ਰਹੇ ਨੇ ਉਹਦੇ ਵੀ। ਪਰ ਇਹ ਇੱਕ ਜੰਗ ਆ, ਜਿੱਥੇ ਜੰਗ ਸਰੀਰਕ ਤੌਰ ਤੇ ਲੜੀ ਜਾਂਦੀ ਆ, ਉੱਥੇ ਸਾਈਕੋਲੋਜੀਕਲੀ ਮਨੋਵਿਗਿਆਨਕ ਤੌਰ ਤੇ ਵੀ ਜੰਗ ਜਿਹੜੀ ਆ ਉਹ ਲੜੀ ਜਾਂਦੀ ਆ। ਮੈਂ ਇਹ ਸਮਝਦਾ ਕਿ ਇਹ ਜਿਹੜਾ ਕੱਟੜਵਾਦ ਕਹਿਣਾ ਸਿੱਖਾਂ ਨੂੰ ਜਾਂ ਹੋਰ ਰੈਡੀਕਲ ਕਹਿਣਾ, ਇਹ ਸਾਰਾ ਸਿੱਖਾਂ ਦੇ ਖਿਲਾਫ ਇੱਕ ਮਨੋਵਿਗਿਆਨਕ ਜੰਗ ਆ। ਤੇ ਇਸ ਮਨੋਵਿਗਿਆਨਕ ਜੰਗ ਦੇ ਹੋਰ ਬੜੇ ਪੈਂਤੜੇ ਨੇ ਜਿਹੜੇ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਾਂਗੇ। ਤੋ ਅੱਜ ਇੱਥੇ ਸਮਾਪਤੀ ਕਰਦੇ ਹਾਂ। ਹੁਣ ਫਤਿਹ ਅੱਜ ਕਰਦੇ ਹਾਂ ਜੀ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।